ਕਠੋਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੋ ਲਾਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਸੁਮੇਰ ਪਰਬਤ 'ਤੇ ਗਏ, ਉੱਥੇ ਸਿੱਧਾਂ ਨੂੰ ਉਪਦੇਸ਼ ਦਿੱਤਾ ਹੈ। ਉਸ ਤੋਂ ਅੱਗੇ ਸਤਿਗੁਰੂ ਜਾਂਦੇ ਹਨ ਅਤੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਰਿਖੀ ਬੈਠਾ ਤਪ ਕਰ ਰਿਹਾ ਹੈ, ਜਿਸ ਦਾ ਨਾਮ ਇਤਿਹਾਸ ਅੰਦਰ ਕਾਕ ਪਸੁੰਡ ਕਰਕੇ ਆਇਆ ਹੈ, ਉਹਨੂੰ ਮਹਾਰਾਜ ਜੀ ਦਰਸ਼ਨ ਦੇ ਕੇ ਅੱਗੇ ਦੱਤਾਤਰੇ ਦੇ ਪਾਸ ਗਏ ਹਨ। ਉੱਥੋਂ ਹੁੰਦਿਆਂ ਹੋਇਆਂ ਸਤਿਗੁਰੂ ਜੀ ਪ੍ਰਹਿਲਾਦ ਜੀ ਦੇ ਉੱਥੇ ਪਹੁੰਚਦੇ ਹਨ ਜਿੱਥੇ ਉਹ ਆਸਣ ਲਾ ਕੇ ਬੈਠੇ ਹਨ, ਅਟਲ ਪਦਵੀ ਪ੍ਰਾਪਤ ਕਰਕੇ ਬੈਠੇ ਹਨ, ਭਗਤੀ ਕਰਕੇ ਜਿੱਥੇ ਉਹਨਾਂ ਨੂੰ ਥਾਂ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ। ਭਾਈ ਬਾਲਾ ਜੀ ਕਹਿੰਦੇ ਮੈਂ ਉਹਨਾਂ ਤੋਂ ਜਿਹੜੀ ਉਹਨਾਂ ਦੀ ਕਥਾ ਸੀ ਉਹ ਪੁੱਛੀ ਹੈ। ਭਗਤ ਪ੍ਰਹਿਲਾਦ ਜੀ ਨੇ ਬੜੇ ਪਿਆਰ ਦੇ ਨਾਲ ਮੈਨੂੰ ਦੱਸਿਆ ਕਿ ਜਿਸ ਤਰ੍ਹਾਂ ਜਿਹੜਾ ਮੇਰਾ ਪਿਤਾ ਹਰਨਾਕਸ਼ ਸੀ, ਇਸ ਦੇ ਤਾਈਂ ਪ੍ਰਭੂ ਦੀ ਭਗਤੀ ਕਰਨ ਦਾ ਜਦੋਂ ਮੈਂ ਉਪਦੇਸ਼ ਦਿੱਤਾ, ਇਹਨੇ ਗੁੱਸੇ ਵਿੱਚ ਆ ਕੇ ਜਿਹੜਾ ਦੈਂਤਾਂ ਦਾ ਗੁਰੂ ਸ਼ੁਕਰ ਸੀ, ਉਹਦੇ ਦੋ ਪੁੱਤਰ ਸਨ ਸੰਡਾ ਅਤੇ ਮਰਕਾ, ਉਹਨਾਂ ਪਾਸ ਮੈਨੂੰ ਪੜ੍ਹਨ ਭੇਜਿਆ। ਪਰ ਜਦੋਂ ਮੈਂ ਘਰੇ ਆਇਆ ਪੜ੍ਹ ਕੇ ਪੁੱਛਦਾ ਹੈ, ਪਿਤਾ ਪੁੱਤਰ ਕਿਹੜਾ ਪਾਠ ਪੜ੍ਹਿਆ ਹੈ? ਮੈਂ ਕਿਹਾ ਪਿਤਾ ਜੀ ਪਾਠ ਇੱਕੋ ਪੜ੍ਹ ਕੇ ਆਇਆ ਕਿ ਨਾਮ ਜਪ ਕੇ ਭਗਤੀ ਕਰਕੇ ਇਸ ਆਵਾਗਾਉਣ ਤੋਂ ਮੁਕਤ ਹੋ ਜਾਈਦਾ ਹੈ। ਸੁਣ ਕੇ ਬੜੇ ਗੁੱਸੇ ਵਿੱਚ ਆਇਆ ਅਤੇ ਸੰਡੇ ਤੇ ਮਰਕੇ ਨੂੰ ਬੁਲਾ ਕੇ ਕਹਿਣ ਲੱਗਾ, ਮੇਰੇ ਪੁੱਤਰ ਨੂੰ ਆਪਣੇ ਪਾਸ ਰੱਖੋ, ਆਪਣੇ ਘਰੇ ਰੱਖ ਕੇ ਇਹਨੂੰ ਪੜ੍ਹਾਓ, ਚੰਗੀ ਮੱਤ ਦਿਓ। ਸਾਡੀ ਜਿਹੜੀ ਹੈ, ਜਿਸ ਤਰ੍ਹਾਂ ਮੈਂ ਵਰ ਲੈ ਕੇ ਆਇਆ ਹਾਂ ਅਤੇ ਮੈਂ ਅਮਰ ਹਾਂ, ਇਹਨੂੰ ਵੀ ਦੱਸੋ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹੇ। ਸੰਡਾ ਅਤੇ ਮਰਕਾ ਇਹਨੂੰ ਵੱਖਰੇ ਕਰਾ ਕੇ ਪ੍ਰਹਿਲਾਦ ਜੀ ਨੂੰ ਪੜ੍ਹਾਉਣ ਲੱਗੇ। ਲੰਮੇ ਸਮੇਂ ਬਾਅਦ ਪ੍ਰਹਿਲਾਦ ਨੂੰ ਘਰੇ ਲੈ ਕੇ ਆਂਦਾ। ਬੜੇ ਖੁਸ਼ ਸਨ ਸੰਡਾ ਅਤੇ ਮਰਕਾ ਕਿ ਸਾਡੇ ਕੋਲ ਰਹਿ ਕੇ ਪ੍ਰਹਿਲਾਦ ਪੜ੍ਹਿਆ ਹੈ ਅਤੇ ਆਪਣੇ ਪਿਤਾ ਨੂੰ ਜਾ ਕੇ ਪਾਠ ਸੁਣਾਏਗਾ। ਦੈਂਤਾਂ ਦਾ ਰਾਜਾ ਹਰਨਾਕਸ਼ ਖੁਸ਼ ਹੋ ਕੇ ਸਾਨੂੰ ਬਹੁਤਾ ਇਨਾਮ ਦੇਵੇਗਾ। ਕਹਿੰਦੇ ਜਦ ਪਿਤਾ ਦੇ ਕੋਲ ਗਿਆ, ਲੰਮੇ ਸਮੇਂ ਬਾਅਦ ਮੈਂ ਮਿਲਿਆ ਸੀ। ਪਿਤਾ ਦਾ ਅਦਬ ਜਾਣ ਕੇ ਮੈਂ ਨਮਸਕਾਰ ਵੀ ਕੀਤੀ। ਪ੍ਰਸੰਨ ਹੋ ਕੇ ਬਾਹੋਂ ਫੜ ਕੇ ਉਹਨੇ ਮੈਨੂੰ ਆਪਣੇ ਗਲ ਦੇ ਨਾਲ ਲਾਇਆ। ਹਰਨਾਕਸ਼ ਨੇ ਮੈਨੂੰ ਛਾਤੀ ਦੇ ਨਾਲ ਲਾ ਲਿਆ, ਗੋਦ ਵਿੱਚ ਬਿਠਾ ਕੇ ਪੁੱਛਣ ਲੱਗਾ, ਪੁੱਤਰ ਬੜੇ ਸਮੇਂ ਬਾਅਦ ਆਇਆ ਹੈ, ਤੂੰ ਪੜ੍ਹਾਈ ਕਰਕੇ ਦੱਸ ਕਿੰਨੀ ਕੁ ਪੜ੍ਹਾਈ ਕੀਤੀ ਹੈ, ਕਿਹੜੇ ਪਾਠ ਪੜ੍ਹੇ ਹਨ? ਕਹਿੰਦੇ ਮੈਂ ਆਪਣੇ ਪਿਤਾ ਨੂੰ ਇਸੇ ਤਰ੍ਹਾਂ ਹੀ ਫੇਰ ਸੁਣਾਇਆ ਕਿ ਪ੍ਰਭੂ ਦੀ ਭਗਤੀ ਦੇ ਨਾਲ ਹੀ ਬੰਦੇ ਦਾ ਆਵਾਗਾਉਣ ਮੁੱਕਦਾ ਹੈ। ਚਲੋ ਛੱਡੋ ਜੰਜਾਲਾਂ ਨੂੰ, ਕਿਹੜੇ ਚੱਕਰਾਂ 'ਚ ਪਏ ਹੋ, ਜੰਗਲ 'ਚ ਚਲੀਏ, ਚੱਲ ਕੇ ਪ੍ਰਭੂ ਦੀ ਭਗਤੀ ਕਰੀਏ, ਭਗਤੀ ਕਰਕੇ ਮੁਕਤ ਹੋ ਜਾਈਏ। ਇਹ ਗੱਲ ਸੁਣ ਕੇ ਹਰਨਾਕਸ਼ ਗੁੱਸੇ ਵਿੱਚ ਆਇਆ ਅਤੇ ਮੈਨੂੰ ਆਪਣੀ ਗੋਦ 'ਚੋਂ ਵਗਾਹ ਕੇ ਥੱਲੇ ਸੁੱਟ ਦਿੱਤਾ, ਮੁੱਖ ਲਾਲ ਕਰ ਲਿਆ। ਗੁੱਸੇ ਵਿੱਚ ਆ ਕੇ ਦੰਦਾਂ ਦੇ ਨਾਲ ਬੁੱਲ ਕੱਟਣ ਲੱਗਾ। ਅੱਖਾਂ ਟੇਢੀਆਂ ਕਰਕੇ ਸੰਡੇ ਅਤੇ ਮਰਕੇ ਨੂੰ ਕਹਿਣ ਲੱਗਾ ਕਿ ਤੁਸੀਂ ਠੱਗ ਹੋ, ਮੇਰੇ ਨਾਲ ਵੈਰ ਕਰਦੇ ਹੋ, ਮੇਰੇ ਪੁੱਤਰ ਨੂੰ ਪੁੱਠੀ ਪੱਟੀ ਪੜ੍ਹਾਉਂਦੇ ਹੋ, ਪੁੱਠੀ ਮੱਤ ਦਿੰਦੇ ਹੋ। ਅੱਗੋਂ ਸੰਡਾ ਅਤੇ ਮਰਕਾ ਹੱਥ ਜੋੜ ਕੇ ਕਹਿਣ ਲੱਗੇ, ਹਰਨਾਕਸ਼ ਦੇ ਤਾਈਂ ਕਹਿਣ ਲੱਗੇ ਕਿ ਅਸੀਂ ਤਾਂ ਇਹਨੂੰ ਹੋਰ ਕੁਝ ਪੜ੍ਹਾਇਆ ਹੀ ਨਹੀਂ। ਜਿੱਥੇ ਦੈਂਤਾਂ ਦੇ ਬੱਚੇ ਪੜ੍ਹਦੇ ਨੇ ਉਹ ਵੀ ਤਾਂ ਸਾਡੀ ਪੜ੍ਹਾਈ ਹੋਈ ਪੜ੍ਹਦੇ ਹਨ, ਅਤੇ ਇਹਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਪੜ੍ਹਾਉਂਦੇ ਹਾਂ, ਪਰ ਸਾਨੂੰ ਨਹੀਂ ਇਹਦੇ ਬਾਰੇ ਕੋਈ ਗਿਆਨ। ਜੋ ਕੁਝ ਬੋਲ ਰਹੇ ਹਨ ਇਹ ਆਪ ਮੁਹਾਰੇ ਬੋਲ ਰਹੇ ਹਨ, ਅਸੀਂ ਇਹਨੂੰ ਕੁਝ ਨਹੀਂ ਪੜ੍ਹਾਇਆ। ਗੁੱਸੇ ਵਿੱਚ ਆ ਕੇ ਹਰਨਾਕਸ਼ ਕਹਿਣ ਲੱਗਾ ਆਪਣੇ ਜਿਹੜੇ ਸਿਪਾਹੀ ਸਨ ਉਹਨਾਂ ਦੇ ਤਾਈਂ
ਕਿ ਲੈ ਜਾਓ ਇਹਨੂੰ, ਇਹ ਮੇਰਾ ਪੁੱਤਰ ਨਹੀਂ ਹੈ। ਜੇ ਕੋਈ ਆਪਣਾ ਹੋ ਕੇ ਕਿਸੇ ਪਰਾਏ ਦੀ ਗੱਲ ਕਰੇ ਤੇ ਫਿਰ ਉਹ ਪੁੱਤਰ ਪੁੱਤਰ ਨਹੀਂ ਹੁੰਦਾ, ਤੇ ਜੇ ਕੋਈ ਬਗਾਨਾ ਸਾਡਾ ਪੱਖ ਕਰੇਗਾ ਤੇ ਉਹ ਸਾਡਾ ਆਪਣਾ ਹੈ। ਇਸ ਕਰਕੇ ਲੈ ਜਾਓ ਇਹਨੂੰ, ਮਾਰ ਦਿਓ। ਇਹ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਸਰੀਰ ਤੇ ਕੋਈ ਜ਼ਖਮ ਹੋ ਜਾਵੇ ਨਾ, ਕੋਈ ਅੰਗ ਤੇ ਕੋਈ ਜ਼ਖਮ ਹੋ ਜਾਵੇ ਤੇ ਉਹ ਅੰਗ ਕੱਟਣਾ ਹੀ ਜਾਇਜ਼ ਹੋ ਜਾਂਦਾ ਹੁੰਦਾ ਹੈ। ਇਸ ਕਰਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ। ਪ੍ਰਹਿਲਾਦ ਨੂੰ ਲੈ ਜਾਓ ਤੇ ਇਹਨੂੰ ਜਾ ਕੇ ਜਾਨੋਂ ਮਾਰ ਦਿਓ। ਕਹਿੰਦੇ ਜਿਸ ਤਰ੍ਹਾਂ ਸਿਪਾਹੀਆਂ ਨੇ ਸੁਣਿਆ, ਮੈਨੂੰ ਫੜ ਕੇ ਇੱਕ ਨਹੀਂ ਫਿਰ ਅਨੇਕਾਂ ਹੀ ਯਤਨ ਕੀਤੇ ਖਤਮ ਕਰਨ ਦੇ। ਕਿਸ ਤਰ੍ਹਾਂ ਪ੍ਰਮਾਤਮਾ ਨੇ ਆਪ ਲੱਜਾ ਰੱਖੀ ਆਪਣੇ ਭਗਤ ਦੀ। ਬਾਣੀ ਚ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਏ। ਕਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਹੋਈ। ਭਗਤ ਪ੍ਰਹਿਲਾਦ ਜੀ ਆਪਣੇ ਮੁਖ ਤੋਂ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਇਹ ਸਾਰਾ ਵਾਕਿਆ ਸੁਣਾ ਰਹੇ ਹਨ। ਇਹ ਕਥਾ ਭਾਈ ਬਾਲਾ ਜੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਅਤੇ ਹੋਰ ਸੰਗਤਾਂ ਨੂੰ ਸੁਣਾ ਰਹੇ ਹਨ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੀਵਨ ਕੌਤਕਾਂ ਦੀ ਜੋ ਕਥਾ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣਾ ਕਰੀਏ। ਆਪ ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਸਾਰੇ ਹੀ ਪਿਆਰ ਸਤਿਕਾਰ ਸਹਿਤ ਝੁਕਾਓ ਸਤਿਗੁਰਾਂ ਨੂੰ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨੀ ਸੇਵਕਨ ਗਿਰਾ ਕਠੋਰਾ। ਜਦੋਂ ਮੇਰੇ ਪਿਤਾ ਹਰਨਾਕਸ਼ ਦੀ ਇਹ ਕਠੋਰ ਬਾਣੀ ਸੁਣੀ, ਇਹ ਕਠੋਰ ਬੋਲ ਸੁਣੇ ਨੇ ਕਿ ਜਾਓ ਮੇਰੇ ਪੁੱਤਰ ਪ੍ਰਹਿਲਾਦ ਨੂੰ ਜਾ ਕੇ ਮਾਰ ਦਿਓ। ਇਸ ਪ੍ਰਕਾਰ ਸਮਝੋ ਮਨ ਮਾਹੀ, ਮਾਰੋ ਬੇਗ ਪੁੱਤਰ ਮਮ ਨਾਹੀ। ਇੱਥੋਂ ਤੱਕ ਪਿਤਾ ਹਰਨਾਕਸ਼ ਨੇ ਕਹਿ ਦਿੱਤਾ ਕਿ ਇਹਨੂੰ ਮਾਰ ਦਿਓ, ਇਹਨੂੰ ਕਤਲ ਕਰੋ, ਇਹਨੂੰ ਖਤਮ ਕਰ ਦਿਓ, ਇਹ ਤਾਂ ਮੇਰਾ ਪੁੱਤਰ ਹੀ ਨਹੀਂ ਹੈ। ਜਦੋਂ ਮੇਰੇ ਪਿਤਾ ਦੇ ਸੇਵਕ ਜਿਹੜੇ ਦੈਂਤ ਸਨ, ਸਿਪਾਹੀ ਸਨ, ਉਹਨਾਂ ਨੇ ਕਠੋਰ ਇਹ ਬੋਲ ਸੁਣੇ ਹਨ ਪਿਤਾ ਦੇ। ਦਾਨਵ ਉਠੇ ਭਿਆਨਕ ਘੂਰਾ। ਜਿਹੜੇ ਦੈਂਤ ਸਨ ਉਸੇ ਵੇਲੇ ਉੱਠ ਖਲੋਤੇ, ਜਿਹੜੇ ਬੜੇ ਭਿਆਨਕ ਸਰੂਪ ਵਾਲੇ ਸਨ। ਦੀਰਘ ਦਾਂਤ ਤਰਸੂਲ ਹਾਥਾ। ਜਿਨ੍ਹਾਂ ਦੇ ਵੱਡੇ ਭਿਆਨਕ ਦੰਦ ਸਨ ਤੇ ਹੱਥਾਂ ਵਿੱਚ ਤਰਸ਼ੂਲ ਫੜੇ ਸਨ। ਤਾਂਬਰ ਬਰਨ ਬਿਥੁਰੇ ਕੱਚ ਮਾਥਾ। ਇਹਨਾਂ ਦੇ ਤਾਂਬੇ ਵਰਗੇ ਬਦਨ ਸਰੀਰ ਸਨ ਤੇ ਮੱਥੇ ਦੇ ਵਾਲ ਵੀ ਖਿਲਰੇ ਹੋਏ ਸਨ। ਗੁਰੂ ਕਲਗੀਧਰ ਸਾਹਿਬ ਮਹਾਰਾਜ ਲਿਖਦੇ ਹਨ ਕਿ ਇਹ ਤਾਂ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਨਾ ਸੰਸਾਰ, ਉੱਦਾਂ ਦਾ ਹੀ ਉਹਨਾਂ ਨੂੰ ਨਾਮ ਦੇ ਦਿੰਦਾ ਹੈ। ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਦੇਵਤਾ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਕਰਮ ਚੰਗੇ ਕਰਦਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ। ਜਿਹਦੇ ਕਰਮ ਚੰਗੇ ਨੇ, ਕੰਮ ਚੰਗੇ ਨੇ, ਆਪਾਂ ਦੇਖ ਕੇ ਕਹਿ ਦਿੰਦੇ ਹਾਂ ਬੜੇ ਚੰਗੇ ਕਰਮ ਹਨ ਇਸ ਦੇ, ਕੰਮ ਚੰਗੇ ਨੇ, ਤਾਂ ਨਿਰਾ ਸਾਧ ਹੈ। ਪ੍ਰਭੂ ਦੀ ਭਗਤੀ ਕਰਦਾ ਹੈ, ਬੰਦਗੀ ਕਰਦਾ ਹੈ। ਅੱਗੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਲਿਖਦੇ ਨੇ ਕਿ ਅਸੁਰ ਕਰਮ ਜਗਮੋ ਜੋ ਕਰਹੀ, ਨਾਮ ਅਸੁਰ ਤਿਹ ਕੋ ਜਗ ਤਰਹੀ। ਕੋ ਕਰਮ ਜਗਮੋ ਜੋ ਕਰਹੀ, ਨਾਮ ਅਸੁਰ ਤਿਹ ਕੋ ਜਗ ਤਰਹੀ। ਜਿਹੜਾ ਸੰਸਾਰ ਵਿੱਚ ਮਾੜੇ ਕੰਮ ਕਰੇਗਾ ਤੇ ਸੰਸਾਰ ਦੇ ਲੋਕ ਦੇਖ ਕੇ ਕਹਿਣ ਲੱਗ ਪੈਂਦੇ ਨੇ ਤਾਂ ਦੈਂਤ ਹੈ, ਇਹਦੇ ਤਾਂ ਕੰਮ ਹੀ ਪ੍ਰੇਤਾਂ ਵਾਲੇ ਨੇ, ਦੈਂਤਾਂ ਵਾਲੇ। ਹੁਣ ਇਹਨਾਂ ਦੇ ਕਰਮ ਹੀ ਮਾੜੇ ਸਨ, ਕੰਮ ਹੀ ਮਾੜੇ ਸਨ। ਜਿਹੜਾ ਕਹਿੰਦਾ ਕਿ ਪ੍ਰਭੂ ਦੀ ਭਗਤੀ ਛੱਡੋ, ਮੇਰਾ ਨਾਮ ਜਪੋ, ਮੈਂ ਹੀ ਜਲ ਥਲ ਦੇ ਵਿੱਚ ਸਮਾਇਆ ਹੋਇਆ, ਕਿਉਂਕਿ ਮੈਂ ਤਾਂ ਵਰ ਲੈ ਕੇ ਆਇਆ ਬ੍ਰਹਮ ਲੋਕ ਤੋਂ। ਇਹ ਵੱਡਾ ਇਹਦੇ ਅੰਦਰ ਅਗਿਆਨ ਦਾ ਹਨੇਰਾ ਜਿਹੜਾ ਸੀ ਉਹ ਹੋਣ ਕਰਕੇ ਤੇ ਭੁੱਲ ਚੁੱਕਿਆ ਸੀ ਪਰਮਾਤਮਾ ਦੀ ਭਗਤੀ ਨੂੰ। ਕਹਿੰਦਾ ਸੀ ਮੈਂ ਹੀ ਮੈਂ ਹਾਂ। ਇਸ ਕਰਕੇ ਪਾਪ ਕਰਮ ਕਰਨ ਲੱਗ ਪਿਆ ਤੇ ਦੈਂਤ ਜਿਹੜਾ ਸੀ ਲੋਕ ਇਹਨੂੰ ਕਹਿਣ ਲੱਗ ਪਏ। ਕਹਿੰਦੇ ਸੁਣ ਕਰਕੇ ਮੇਰੇ ਪਿਤਾ ਦੇ ਇਹ ਬੋਲ, ਜਿਹੜੇ ਹੋਰ ਦੈਂਤ ਸਿਪਾਹੀ ਸਨ ਉਹ ਖੜੇ ਹੋਏ, ਜਿਨ੍ਹਾਂ ਨੇ ਭਿਆਨਕ ਆਪਣਾ ਕਰੂਪ ਬਣਾਇਆ ਹੋਇਆ ਸੀ। ਕਿਉਂਕਿ ਜਿਹੜਾ ਭਗਤੀ ਕਰਨ ਵਾਲਾ ਹੈ ਉਹਦਾ ਸਰੂਪ ਵੀ ਸੁੰਦਰ ਹੁੰਦਾ ਹੈ। ਪ੍ਰਭੂ ਦੀ ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਸੰਗਤ ਕਰਨ ਵਾਲੇ, ਸੇਵਾ ਕਰਨ ਵਾਲੇ ਨਿਰਮਲ ਆਤਮਾ ਵਾਲੇ ਹੁੰਦੇ। ਤੇ ਭਗਤੀ ਕਰਦਿਆਂ ਕਰਦਿਆਂ ਉਹਨਾਂ ਦਾ ਸਰੂਪ ਦੇ ਵਿੱਚੋਂ ਝਲਕਾਰੇ ਵੀ ਵੈਸੇ ਪੈਣ ਲੱਗ ਪੈਂਦੇ ਨੇ। ਉਹਨਾਂ ਦੇ ਦਰਸ਼ਨ ਕੀਤੇ ਅੰਦਰ ਨੂੰ ਠੰਡ ਪੈਂਦੀ। ਮਹਾਂਪੁਰਖਾਂ ਦੇ, ਬੰਦਗੀ ਵਾਲਿਆਂ ਦੇ ਕੋਲ ਬੈਠਿਆਂ ਵੀ ਜਿਹੜਾ ਹੈ ਉਹ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ। ਤੇ ਜੇ ਆਪਾਂ ਮਾੜੇ ਪੁਰਖ ਦੇ ਕੋਲ ਬੈਠਾਂਗੇ, ਕੁਕਰਮੀ ਕੋਲ ਬੈਠਾਂਗੇ,
ਉਦਾਂ ਦਾ ਹੀ ਅਸਰ ਜਿਹੜਾ ਹੈ ਉਹ ਸਾਡੇ ਜੀਵਨ ਤੇ ਹੋਣਾ ਸ਼ੁਰੂ ਹੋ ਜਾਵੇਗਾ। ਇਹ ਤਾਂ ਜਿਸ ਤਰ੍ਹਾਂ ਦੀ ਬੰਦਾ ਸੰਗਤ ਕਰੇਗਾ ਉਸੇ ਤਰ੍ਹਾਂ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਤਾਂ ਹੀ ਉਹ ਭਗਤ ਜੀ ਨੇ ਕਿਹਾ, ਕਬੀਰ ਸਾਕਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ, ਬਾਸਨ ਕਾਰੂ ਪਰਸੀਐ ਤਉ ਕਛ ਲਾਗੈ ਦਾਗ। ਕਹਿੰਦੇ ਜਿਹੜੇ ਦੈਂਤ ਸੀ ਫਿਰ ਉੱਠੇ ਨੇ, ਇਹਨਾਂ ਦੇ ਭਿਆਨਕ ਜਿਹੜੇ ਕਰੂਪ ਸਨ ਤੇ ਦੰਦ ਵੀ ਵੱਡੇ ਸਨ, ਹੱਥਾਂ ਵਿੱਚ ਤਰਸ਼ੂਲ ਸਨ, ਵਾਲ ਇਹਨਾਂ ਦੇ ਮੱਥੇ ਤੇ ਖਿਲਰੇ ਹੋਏ ਸਨ। ਤਾਂਬਰ ਬਰਨ ਬੀਥੁਰੇ ਕਚ ਮਾਥਾ, ਧਰੋ ਧਰੋ ਮਾਰੋ ਕਹਿ ਡਾਟੀ। ਇਹ ਭਿਆਨਕ ਜਿਹੜੇ ਦੈਂਤ ਸਨ ਉੱਚੀ ਕਹਿਣ ਲੱਗ ਪਏ, ਫੜੋ ਫੜੋ ਇਸ ਨੂੰ, ਪ੍ਰਹਿਲਾਦ ਨੂੰ ਫੜ ਕੇ ਇਸ ਨੂੰ ਮਾਰ ਦਈਏ, ਕਤਲ ਕਰ ਦਈਏ। ਭੀਗ ਸਰੀਰ ਦਿਹੋ ਇਸ ਕਾਟੀ, ਤੇ ਛੇਤੀ ਨਾਲ ਇਸ ਦਾ ਸਰੀਰ ਜਿਹੜਾ ਉਹ ਕੱਟ ਦਓ। ਇੱਕ ਹੀ ਬਾਰ ਸ਼ਸਤਰ ਸਭ ਡਾਰੇ, ਇੱਕੋ ਵਾਰ ਦੇ ਵਿੱਚ ਇਹਨਾਂ ਸਾਰੇ ਦੈਂਤਾਂ ਨੇ ਮੇਰੇ ਪਿਤਾ ਹਰਨਾਕਸ਼ ਦੀ ਗੱਲ ਮੰਨ ਕੇ ਨਾ ਤੇ ਸਾਰਿਆਂ ਨੇ ਇੱਕੋ ਵਾਰ ਦੇ ਵਿੱਚ ਮੇਰੇ ਸਰੀਰ ਤੇ ਵਾਰ ਕੀਤੇ। ਖੜਗ ਸ਼ਕਤ ਤਿਰਸੂਲਹਿ ਮਾਰੇ, ਕਿਰਪਾਨਾਂ ਦੇ ਤਰਸ਼ੂਲਾਂ ਦੇ ਵਾਰ ਕੀਤੇ ਹਨ। ਵਿਫਲ ਪ੍ਰਯਾਸ ਤਿਨਹਿ ਪ੍ਰਭ ਖੁਵਾ, ਪਰ ਹੁਣ ਇਹਨਾਂ ਦੇ ਜਿੰਨੇ ਵੀ ਯਤਨ ਕੀਤੇ ਸੀ ਸਾਰੇ ਨਿਸ਼ਫਲ ਹੋ ਗਏ। ਕਿਉਂ ਨਿਸ਼ਫਲ ਹੋਏ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਆਪਾਂ ਸ਼ਲੋਕ ਸਹਿਸਕ੍ਰਿਤੀ ਦੇ ਵਿੱਚ ਪੜ੍ਹਦੇ ਹਾਂ, ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਵਦੈ, ਆਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦੇ ਅਤੇ। ਪਾਤਸ਼ਾਹ ਕਹਿੰਦੇ ਨੇ ਭਾਵੇਂ ਕੋਈ ਲੱਖਾਂ ਯਤਨ ਕਰੇ ਕਿਸੇ ਨੂੰ ਖਤਮ ਕਰਨ ਦੇ, ਮਾਰਨ ਦੇ, ਕਤਲ ਕਰਨ ਦੇ, ਪਰ ਜਿਹਦਾ ਰਾਖਾ ਪਰਮੇਸ਼ਰ ਪ੍ਰਭੂ ਹੋਵੇ ਨਾ, ਉਹਦਾ ਇੱਕ ਰੋਮ ਵੀ ਬਾਂਕਾ ਨਹੀਂ ਕਰ ਸਕਦੇ। ਇਸ ਕਰਕੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੌਣ ਕਰ ਰਿਹਾ ਹੈ? ਉਹ ਪਰਮਾਤਮਾ ਪ੍ਰਭੂ ਆਪ ਕਰ ਰਿਹਾ। ਜਿਹਦਾ ਰਾਖਾ ਉਹ ਮਾਲਕ ਹੋਵੇ, ਜਿਹਦੇ ਵੱਲ ਉਹ ਪਰਮਾਤਮਾ ਹੋਵੇ, ਉਹਦਾ ਭਲਾ ਕੌਣ ਵਿਗਾੜ ਸਕਦਾ ਹੈ? ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਇਹਨਾਂ ਦੈਂਤਾਂ ਦੀ ਕੁੱਲ ਨੂੰ ਖਤਮ ਕਰਨ ਵਾਸਤੇ ਭਗਤ ਪ੍ਰਹਿਲਾਦ ਜੀ ਇੱਕ ਕੁਹਾੜੇ ਦੀ ਤਰ੍ਹਾਂ ਸਨ। ਇਹਨਾਂ ਦੀ ਦੈਂਤਾਂ ਦੀ ਕੁੱਲ ਨੂੰ ਨਾਸ਼ ਕਰਨ ਵਾਲੇ ਤਾਂ ਆਪ ਆਏ ਨੇ, ਤੇ ਫਿਰ ਇਹ ਦੈਂਤ ਮਿਲ ਕੇ ਪ੍ਰਹਿਲਾਦ ਜੀ ਨੂੰ ਕਿਸ ਤਰ੍ਹਾਂ ਮੁਕਾ ਸਕਦੇ ਸਨ? ਬੜੇ ਯਤਨ ਕੀਤੇ। ਕਹਿੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਕਿਰਪਾਨਾਂ ਦੇ ਬਰਸ਼ਿਆਂ ਦੇ ਵਾਰ ਮੇਰੇ ਸਰੀਰ ਤੇ ਕੀਤੇ ਨੇ। ਰੋਮ ਨਾ ਏਕਹਿ ਬਾਂਕੂ ਹੁਆ, ਪਰ ਇਹਨਾਂ ਦੇ ਕੀਤੇ ਵਾਰ ਬਿਰਥੇ ਗਏ ਨੇ। ਇੱਕ ਰੋਮ ਵੀ ਮੇਰਾ ਜਿਹੜਾ ਸੀ ਨਾ ਉਹ ਬਾਂਕਾ ਨਹੀਂ ਹੋਇਆ, ਟੁੱਟਿਆ ਨਹੀਂ ਸਰੀਰ ਤੋਂ ਇਹਨਾਂ ਦੇ ਵਾਰਾਂ ਦੇ ਨਾਲ। ਏਕੰਕਾਰ ਬਿਮੁਖ ਨਰ ਜੋ, ਜਿਹੜੇ ਲੋਕ ਪਰਮਾਤਮਾ ਤੋਂ ਪ੍ਰਭੂ ਤੋਂ ਬੇਮੁਖ ਹਨ, ਜਿਉ ਤਿਹ ਕ੍ਰਿਆ ਵਿਫਲ ਹੋਇ ਸੋ, ਉਹਨਾਂ ਦੇ ਸਾਰੇ ਕੀਤੇ ਕਰਮ ਜਿਹੜੇ ਨੇ ਉਹ ਨਿਸਫਲ ਜਾਂਦੇ ਨੇ, ਬਿਰਥ ਜਾਂਦੇ ਹਨ। ਦੈਤ ਰਾਜ ਨਿਜ ਨੈਣਨ ਦੇਖਾ, ਇਹ ਦੈਂਤਾਂ ਦੇ ਰਾਜੇ ਹਰਨਾਕਸ਼ ਨੇ ਸਾਰਾ ਕੁਝ ਆਪਣੇ ਅੱਖੀਂ ਤੱਕਿਆ, ਸਾਹਮਣੇ ਤਾਂ ਦੇਖ ਰਿਹਾ ਸੀ, ਆਪਣੀ ਸਭਾ ਵਿੱਚ ਹੁਕਮ ਦਿੱਤਾ। ਤੇ ਜਿਹੜੇ ਇਹਦੇ ਸਿਪਾਹੀ ਸਨ ਉਹਨਾਂ ਨੇ ਕਿਹੜਾ ਘੱਟ ਗੁਜ਼ਾਰਨੀ ਸੀ, ਕਿਉਂਕਿ ਉਹ ਵੀ ਦੈਂਤ ਬੁੱਧੀ ਵਾਲੇ ਸਨ। ਜਿਸ ਤਰ੍ਹਾਂ ਹਰਨਾਕਸ਼ ਦਾ ਇਸ਼ਾਰਾ ਹੋਇਆ, ਕਹਿੰਦੇ ਉਸੇ ਵੇਲੇ ਮੇਰੇ ਸਰੀਰ ਤੇ ਵਾਰ ਕਰਨ ਲੱਗ ਪਏ। ਇਹ ਤਾਂ ਉਦੋਂ ਦੀ ਘਟਨਾ ਹੈ, ਪਰ ਜੇ ਆਪਾਂ ਅਜੋਕੇ ਸਮੇਂ 'ਚ ਦੇਖੀਏ ਤਾਂ ਸੂਬੇ ਦੀ ਕਚਹਿਰੀ ਦੇ ਵਿੱਚ ਕਿਹੜਾ ਘੱਟ ਗੁਜ਼ਾਰੀ। ਜੇ ਸੂਬੇ ਦਾ ਹੁਕਮ ਹੋਇਆ ਤੇ ਸੂਬੇ ਦੇ ਸਿਪਾਹੀਆਂ ਨੇ, ਜਾਨੀ ਖਾਂ ਮਾਨੀ ਖਾਂ ਨੇ, ਜਿਹੜੇ ਮਾੜੀ ਬੁੱਧੀ ਵਾਲੇ ਵੱਡੇ ਪਾਪੀ ਜਲਾਦ ਸਨ, ਉਹਨਾਂ ਨੇ ਤਾਂ ਵਿਚਾਰਿਆ ਨਹੀਂ ਕਿ ਇਹਨਾਂ ਦੀ ਉਮਰ ਕਿੰਨੀ ਕੁ ਹੈ। ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜਿਆਂ ਕੀਤਾ, ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਵਾਰ ਵੀ ਆਪਾਂ ਪੜ੍ਹਦੇ ਹਾਂ ਇਤਿਹਾਸ ਵਿੱਚ ਕੀਤੇ ਗਏ। ਜਿਹੜੇ ਗੋਡੇ ਸਨ ਉਹ ਵੀ ਝਾੜੇ ਗਏ, ਚੱਪਣੀਆਂ ਵੀ ਝਾੜੀਆਂ ਗਈਆਂ, ਸੋ ਛਾਤੀਆਂ ਤੇ ਬੈਠ ਕੇ ਸਾਹ ਵਾਲੀਆਂ ਰਗਾਂ ਵੀ ਵੱਡੀਆਂ ਗਈਆਂ। ਇਹ ਪਰਮਾਤਮਾ ਪ੍ਰਭੂ ਆਪ ਹੀ ਆਪਣੇ ਭਗਤਾਂ ਦੀ ਲੱਜਾ ਲਾਜ ਰੱਖਣ ਵਾਲਾ ਹੈ, ਕਿਉਂਕਿ ਜਿਹੜੇ ਐਸੇ ਪਾਪੀ ਦੈਂਤ ਬੁੱਧੀ ਵਾਲੇ ਹੁੰਦੇ ਨੇ ਇਹ ਘੱਟ ਨਹੀਂ ਗੁਜ਼ਾਰਦੇ ਕਿ ਦੇਖ ਲੈਣ ਕਿ ਕੋਈ ਔਰਤ ਹੈ ਜਾਂ ਬੱਚਾ ਹੈ। ਇਹ ਨਹੀਂ ਸੀ ਵਿਚਾਰਿਆ। ਇਸੇ ਤਰ੍ਹਾਂ ਹਰਨਾਕਸ਼ ਦੇ ਅੱਗੇ ਦੈਂਤਾਂ ਨੇ ਅਨੇਕਾਂ ਵਾਰ ਜਿਹੜੇ ਸਨ ਉਹ ਸਰੀਰ ਦੇ ਉੱਤੇ ਕੀਤੇ। ਇਹ ਵੀ ਸਮੇਂ-ਸਮੇਂ ਦੇ ਵਿੱਚ ਪ੍ਰਭੂ ਆਪਣੇ ਭਗਤਾਂ ਨੂੰ ਭੇਜਦੇ ਹਨ। ਜਿੱਥੇ ਭਗਤ ਪ੍ਰਹਿਲਾਦ ਜੀ ਦੀ ਆਪ ਰੱਖਿਆ ਕਰ ਰਹੇ ਨੇ ਸਤਯੁਗ 'ਚ, ਤੇ ਫਿਰ ਮਹਾਰਾਜ ਇਸ ਸਮੇਂ ਸਾਹਿਬਜ਼ਾਦਿਆਂ ਦੀ ਰੱਖਿਆ ਵੀ ਕਰਨ ਵਾਲੇ ਆਪ ਹੀ ਨੇ। ਭਾਵੇਂ ਸਾਹਮਣੇ ਲੋਕ ਦੇਖ ਰਹੇ ਹਨ ਕਿ ਉਹਨਾਂ ਦੇ ਸਰੀਰਾਂ ਦੇ ਉੱਤੇ ਕਿੰਨਾ ਦੁੱਖ ਹੈ, ਪਰ ਉਹਨਾਂ ਨੇ ਇਹ ਦਿਖਾ ਦਿੱਤਾ। ਕੋਈ ਮਨ 'ਚ ਇਹ ਨਾ ਸੋਚੇ ਕਿ ਉਹ ਤਾਂ ਭਗਤੀ ਕਰਕੇ ਉਹਨਾਂ ਦੇ ਸਰੀਰ ਨੂੰ ਕੁਝ ਵਿਗਾੜ ਨਹੀਂ ਸਕੇ, ਦੈਂਤ ਉਹਨਾਂ ਦੇ ਸਰੀਰ ਦਾ ਕੁਝ ਨਹੀਂ ਕਰ ਸਕੇ। ਤੇ ਜੇ ਕਿਤੇ ਕੁਝ ਸਰੀਰ ਨੂੰ ਕਸ਼ਟ ਹੁੰਦਾ ਤੇ ਹੋ ਸਕਦਾ ਡੋਲ ਜਾਂਦੇ, ਪਰ ਨਹੀਂ। ਪੰਜਵੇਂ ਸਰੂਪ 'ਚ ਵੀ ਦਿਖਾ ਦਿੱਤਾ, ਸਾਹਿਬਜ਼ਾਦਿਆਂ ਨੇ ਵੀ ਦਿਖਾ ਦਿੱਤਾ ਕਿ ਜਿਹੜੇ ਮਨ ਕਰਕੇ ਪ੍ਰਭੂ ਦੇ ਨਾਲ ਜੁੜੇ ਹੋਣ, ਉਹਨਾਂ ਦੇ ਸਰੀਰ ਤੇ ਭਾਵੇਂ ਕਿੰਨੇ ਵੀ ਵਾਰ ਕਿਉਂ ਨਾ ਕੀਤੇ ਜਾਣ, ਉਹ ਡੋਲਦੇ ਨਹੀਂ ਹਨ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ 'ਚ ਤਰਿਆ ਸਮਾਏ।
ਪ੍ਰਹਿਲਾਦ ਜੀ ਕਹਿੰਦੇ ਮੇਰੇ ਸਰੀਰਾਂ ਤੇ ਅਨੇਕਾਂ ਵਾਰ ਉਹਨਾਂ ਨੇ ਕੀਤੇ ਹਨ, ਪਰ ਸਾਰੇ ਵਾਰ ਉਹਨਾਂ ਦੇ ਨਿਸਫਲ ਗਏ। ਜਾਣ ਵੀ ਕਿਉਂ ਨਾ, ਜਿਹੜੇ ਲੋਕ ਪ੍ਰਭੂ ਤੋਂ ਬੇਮੁਖ ਹੋਏ ਹੋਣ, ਪਾਪੀ ਹੋਣ, ਉਹਨਾਂ ਦੇ ਸਾਰੇ ਕੀਤੇ ਹੋ ਕਰਮ ਨਿਸਫਲ ਹੀ ਜਾਂਦੇ ਹਨ। ਸ਼ੰਕਤ ਭਾ ਮਨ ਮਾਹੀ ਬਿਸ਼ੇਖਾ, ਫਿਰ ਮਨ ਦੇ ਵਿੱਚ ਬੜੇ ਸ਼ੰਕਤ ਹੋ ਗਏ। ਬੋਲਿਓ ਬਚਨ ਮਰਤ ਨਹਿ ਐਸੀ, ਉਸ ਵੇਲੇ ਹੈਰਾਨ ਹੋ ਕੇ ਹਰਨਾਕਸ਼ ਕਹਿਣ ਲੱਗਾ, ਇਹਦੇ ਸਿਪਾਹੀ ਵੀ ਕਹਿਣ ਲੱਗੇ ਹਰਨਾਕਸ਼ ਨੂੰ, ਕਹਿੰਦੇ ਇਹ ਤਾਂ ਸਾਡੇ ਮਾਰਿਆਂ ਵੀ ਨਹੀਂ ਮਰਦਾ। ਔਰ ਉਪਾਵ ਕਰੂੰ ਕਹਿ ਕੈਸੇ, ਹੁਣ ਦੱਸੋ, ਹੁਣ ਕੋਈ ਹੋਰ ਉਪਾਅ ਕਰਕੇ ਦੇਖ ਲਈਏ, ਕਿਉਂਕਿ ਰੱਖਿਆ ਤੇ ਪ੍ਰਭੂ ਆਪ ਕਰ ਰਹੇ ਹਨ। ਤੇ ਪੁੱਛਦੇ ਨੇ ਕਿ ਅਸੀਂ ਯਤਨ ਬੜੇ ਕੀਤੇ ਨੇ ਪ੍ਰਹਿਲਾਦ ਜੀ ਨੂੰ ਮਾਰਨ ਦੇ, ਹੁਣ ਕੋਈ ਹੋਰ ਸਾਨੂੰ ਯਤਨ ਦੱਸੋ ਅਸੀਂ ਕਰੀਏ। ਗਜ ਆਗੇ ਗਏ ਇਹ ਚਿਰਾਵੋ, ਫਿਰ ਹਰਨਾਕਸ਼ ਨੇ ਕਿਹਾ ਕਿ ਲੈ ਜਾਓ ਤੇ ਹਾਥੀ ਦੇ ਅੱਗੇ ਇਹਨੂੰ ਸੁੱਟ ਦਿਓ, ਤੇ ਜਿਹੜਾ ਮਸਤ ਹਾਥੀ ਹੈ ਨਾ, ਉਹਨੂੰ ਹਾਥੀ ਨੂੰ ਇਹਦੇ ਤੇ ਚੜਾਓ, ਤੇ ਆਪੇ ਹਾਥੀ ਆਪਣੇ ਪੈਰਾਂ ਦੇ ਨਾਲ ਇਹਨੂੰ ਚੀਰ ਦਵੇਗਾ, ਇਹਨੂੰ ਖਤਮ ਕਰ ਦਵੇਗਾ। ਸਰਪਨ ਤੇ ਸਭ ਅੰਗ ਡਸਾਵੋ, ਜੇ ਉੱਥੋਂ ਵੀ ਬਚ ਜਾਵੇ ਤੇ ਫਿਰ ਜਿਹੜੇ ਜ਼ਹਿਰੀਲੇ ਸੱਪ ਨੇ ਉਹ ਲੈ ਕੇ ਆਓ, ਤੇ ਸੱਪਾਂ ਦੇ ਕੋਲੋਂ, ਜ਼ਹਿਰੀਲੇ ਸੱਪਾਂ ਦੇ ਕੋਲੋਂ ਇਹਨੂੰ ਡੰਗ ਮਰਵਾਵੋ। ਜੀ ਕਰ ਤਹਿ ਤੇ ਹੋਏ ਉਬਾਰਾ, ਜੇ ਹਾਥੀ ਤੋਂ, ਸੱਪ ਦੇ ਡੰਗ ਤੋਂ ਬਚ ਜਾਵੇ, ਮਾਰੋ ਬਿਖ ਦੇ ਬੀਚ ਆਹਾਰਾ, ਫਿਰ ਭੋਜਨ ਦੇ ਵਿੱਚ ਜ਼ਹਿਰ ਦੇ ਕੇ ਇਹਨੂੰ ਮਾਰ ਦਵੋ। ਸੁਨ ਕਰ ਕੀਨੇ ਸਰਬ ਉਪਾਈ, ਭਗਤ ਜੀ ਦੱਸਦੇ ਹਨ ਕਿ ਜਿਹੜੇ ਹਰਨਾਕਸ਼ ਦੇ ਸਿਪਾਹੀ ਸਨ, ਉਹ ਹਰਨਾਕਸ਼ ਦੀ ਇਹ ਗੱਲ ਸੁਣ ਕੇ ਇਹਨਾਂ ਮੰਦੀ ਮੱਤ ਵਾਲਿਆਂ ਨੇ ਸਾਰੇ ਹੀ ਉਪਾਅ ਕਰਕੇ ਦੇਖੇ। ਗਜ ਇਹ ਬਿਖ ਤੇ ਦੁਖ ਨਹਿਰਾਈ, ਹਾਥੀ ਦੇ ਅੱਗੇ ਸੁੱਟਿਆ, ਸੱਪ ਕੋਲੋਂ ਜ਼ਹਿਰ ਜਾਂ ਡੰਗ ਮਰਵਾਏ, ਤੇ ਭੋਜਨ ਦੇ ਵਿੱਚ ਜ਼ਹਿਰ ਦੇ ਕੇ ਮਾਰਨਾ ਚਾਹਿਆ। ਸ੍ਰੀ ਕਰਤਾਰ ਭਇਓ ਰਖਵਾਰਾ, ਭਗਤ ਜੀ ਕਹਿੰਦੇ ਸ਼੍ਰੋਮਣੀ ਕਰਤਾਰ ਜੋ ਪ੍ਰਭੂ ਹੈ ਨਾ, ਮਿਰਤਕ ਕਉ ਜੀਵਾਲਣਹਾਰ, ਸਤਿਗੁਰ ਮੇਰਾ ਮਾਰ ਜੀਵਾਲੈ, ਜਿਹੜਾ ਪ੍ਰਭੂ ਮੁਰਦਿਆਂ ਨੂੰ ਵੀ ਜਿਉਂਦਾ ਕਰ ਦਿੰਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਤੇ ਫਿਰ ਉਹਦਾ ਹੁਕਮ ਇਹ ਸੀ ਪਰਮਾਤਮਾ ਦਾ, ਪ੍ਰਭੂ ਦਾ, ਕਿ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ। ਨਾਮ ਜਪਦੇ ਹਨ ਭਗਤ ਪ੍ਰਹਿਲਾਦ ਜੀ, ਤੇ ਨਾਮ ਹੀ ਇਹਨਾਂ ਦੀ ਰੱਖਿਆ ਕਰਨ ਵਾਲਾ। ਕਹਿੰਦੇ ਪਰਮਾਤਮਾ ਵਾਹਿਗੁਰੂ ਨੇ, ਪਰਮੇਸ਼ਰ ਨੇ ਮੇਰੀ ਰੱਖਿਆ ਕੀਤੀ ਹੈ। ਕਹੋ ਕੌਣ ਤਿਹ ਸਕੈ ਜੋ ਮਾਰਾ, ਹੁਣ ਜਿਹਦਾ ਰਾਖਾ ਪ੍ਰਭੂ ਹੋਵੇ, ਦੱਸੋ ਤਾਂ ਸਹੀ ਉਹਨੂੰ ਕੌਣ ਮਾਰ ਸਕਦਾ ਹੈ। ਬਹੁਰੋ ਦੇਹ ਬਾਂਧ ਕਰ ਮੇਰਾ, ਫਿਰ ਕਹਿੰਦੇ ਕਿ ਮੇਰੇ ਸਰੀਰ ਨੂੰ ਬੰਨ ਦਿੱਤਾ ਗਿਆ। ਅਤ ਉਤੰਗ ਗਿਰ ਤੇ ਗਹਿ ਗੇਰਾ, ਬੜੇ ਉੱਚੇ ਪਹਾੜ ਤੋਂ ਰੱਸੀਆਂ ਨਾਲ ਮੈਨੂੰ ਬੰਨ ਕੇ ਨਾ, ਤੇ ਉੱਚੇ ਪਹਾੜ ਤੋਂ ਮੈਨੂੰ ਥੱਲੇ ਸੁੱਟਿਆ ਗਿਆ। ਬਹੁਤ ਬਾਰ ਲੈ ਬਾਰ ਡੁਬਾਇਓ, ਇੱਕ ਵਾਰ ਨਹੀਂ, ਫਿਰ ਬਹੁਤ ਵਾਰ ਲੈ ਕੇ ਇਹਨਾਂ ਨੇ ਮੈਨੂੰ ਪਾਣੀ ਦੇ ਵਿੱਚ ਡੋਬਣ ਦਾ ਯਤਨ ਕੀਤਾ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਜੀਵਨ ਘਟਨਾ ਜਿਹੜੀ ਹੈ ਉਹ ਬਾਣੀ ਦੇ ਅੰਦਰ ਦਰਸਾਈ ਹੈ। ਤੇ ਉੱਥੇ ਭਗਤ ਜੀ ਨੇ ਦੱਸਿਆ ਕਿ ਮੈਨੂੰ ਜੰਜੀਰਾਂ ਦੇ ਨਾਲ ਬੰਨ੍ਹ ਕੇ ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਡੋਬਣ ਦਾ ਯਤਨ ਕੀਤਾ, ਪਰ ਜਿਹਦਾ ਰਾਖਾ ਪਰਮਾਤਮਾ ਪ੍ਰਭੂ ਹੋਵੇ, ਉਹਨੂੰ ਕੌਣ ਮਾਰ ਸਕਦਾ ਹੈ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚ ਤਰਿਓ ਸਮਾਏ। ਇਸੇ ਤਰ੍ਹਾਂ ਪ੍ਰਹਿਲਾਦ ਜੀ ਕਹਿੰਦੇ ਮੈਨੂੰ ਬੜੀ ਉੱਚੀ ਪਹਾੜ ਦੀ ਚੋਟੀ ਤੋਂ ਬੰਨ੍ਹ ਕੇ ਰੱਸਿਆਂ ਦੇ ਨਾਲ ਥੱਲੇ ਸੁੱਟਿਆ ਗਿਆ। ਕਈ ਵਾਰ ਯਤਨ ਕੀਤਾ ਕਿ ਇਹਨੂੰ ਪਾਣੀ ਵਿੱਚ ਡੋਬ ਕੇ ਮਾਰ ਦਈਏ। ਘਰ ਪ੍ਰਚੰਡ ਪਾਵਕ ਮਹਿ ਪਾਇਓ, ਫਿਰ ਬਹੁਤ ਅੱਗ ਤੇਜ਼ ਕਰਕੇ ਤਪਾ ਕੇ ਮੈਨੂੰ ਉਸ ਅੱਗ ਦੇ ਵਿੱਚ ਸਾੜਨ ਦਾ ਵੀ ਯਤਨ ਕੀਤਾ ਹੈ। ਕਿਤਕ ਦਿਵਸ ਨਹਿ ਦਇਓ ਆਹਾਰੂ, ਕਿੰਨੇ ਦਿਨ ਮੈਨੂੰ ਭੁੱਖਿਆਂ ਵੀ ਰੱਖਿਆ ਗਿਆ, ਖਾਣ ਨੂੰ ਕੁਝ ਨਹੀਂ ਦਿੱਤਾ। ਮਾਰਨ ਚਹਿਤ ਅਨੇਕ ਪ੍ਰਕਾਰੂ, ਹੁਣ ਅਨੇਕਾਂ ਯਤਨ ਕੀਤੇ ਮੈਨੂੰ ਖਤਮ ਕਰਨ ਦੇ। ਜਦੋਂ ਆਪਾਂ ਭਗਤ ਸਹਿਬਾਨਾਂ ਦਾ ਜੀਵਨ ਪੜ੍ਹਦੇ ਆ ਨਾ, ਤੇ ਜਿਹੜੇ ਲੋਕ ਕੁਝ ਪਾਠ ਕਰਕੇ, ਅਰਦਾਸ ਕਰਕੇ, ਜੇ ਕਿਤੇ ਕਰਮਾਂ ਅਨੁਸਾਰ ਸਰੀਰ ਤੇ ਦੁੱਖ ਆ ਜਾਵੇ ਤੇ ਰੱਬ ਦੇ ਨਾਲ ਗਿਲੇ ਸ਼ਿਕਵੇ ਕਰਦੇ ਨੇ ਨਾ, ਲੱਗਦਾ ਕੋਈ ਉਹ ਇਤਿਹਾਸ ਤੋਂ ਅਣਜਾਣ ਹਨ। ਕਿਉਂਕਿ ਭਗਤੀ ਦਾ ਮਾਰਗ ਜਿਹੜਾ ਨਾ ਉਹ ਬੜਾ ਕਠਿਨ ਹੈ। ਕੱਲ ਵੀ ਆਪਾਂ ਬਚਨ ਪੜ੍ਹੇ ਸਨ ਕਿ ਭਗਤਾਂ ਕੀ ਚਾਲ ਨਿਰਾਲੀ। ਕਿਸ ਤਰ੍ਹਾਂ ਨਿਰਾਲੀ ਹੈ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ। ਇੱਥੇ ਨਹੀਂ ਕਿ ਕੋਈ ਭਗਤੀ ਕਰ ਰਿਹਾ ਹੈ ਤੇ ਉਹਨੂੰ ਬਹੁਤੀਆਂ ਸੁੱਖ ਸਹੂਲਤਾਂ ਮਿਲਣ ਤੇ ਦੇਖਣ ਵਾਲਾ ਕਵੇ ਕਿ ਭਗਤ ਸੀ ਤੇ ਬਹੁਤਾ ਸੁੱਖ ਮਾਣ ਰਿਹਾ। ਹਾਂ, ਉਹ ਮਨ ਕਰਕੇ ਸੁਖੀ ਹਨ। ਜਿਹੜੀ ਭਗਤੀ ਹੈ, ਬੰਦਗੀ ਹੈ, ਸੇਵਾ ਸਿਮਰਨ ਹੈ, ਉਹ ਅੰਦਰ ਦਾ ਆਨੰਦ ਦੇਣ ਵਾਲੀ ਹੈ।
ਬਾਹਰ ਮੁਖੀ ਸੁਖ ਦੇਣ ਵਾਲਾ ਵੀ ਪਰਮਾਤਮਾ ਦਾ ਨਾਮ ਹੈ, ਪਰ ਕਿਤੇ ਕਰਮਾਂ ਅਨੁਸਾਰ ਦੁੱਖ ਆ ਜਾਣ। ਜੇ ਆਪਾਂ ਭਗਤ ਸਾਹਿਬਾਨਾਂ ਦਾ, ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਅੱਗੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਹਾਦਤ ਵਾਲਾ ਦਿਨ ਆ ਰਿਹਾ ਹੈ। ਬੜੇ ਯਤਨ ਉਹਨਾਂ ਨੇ ਕੀਤੇ, ਬੜੇ ਤਸੀਹੇ ਦਿੱਤੇ ਹਨ। ਇਹ ਮਹਾਰਾਜ ਜੀ ਨੇ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਸੀ ਕਿ ਭਗਤੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ ਕਿਤੇ ਸਰੀਰ ਦੇ ਉੱਤੇ ਕਰਮਾਂ ਅਨੁਸਾਰ ਦੁੱਖ ਆਵੇ ਤੇ ਪਰਮਾਤਮਾ ਨੂੰ ਕੋਈ ਉਲਾਂਭੇ ਨਾ ਦੇਵੇ। ਉਲਾਹ ਨੂੰ ਨਾ ਮੈਂ ਕਾਹੂ ਦੀਨੂ, ਕਿਸੇ ਤਰ੍ਹਾਂ ਦਾ ਉਲਾਂਭਾ ਨਾ ਦੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਆਲ। ਜੇ ਪਤੀ ਕੋਲ ਹੈ ਨਾ ਤੇ ਫਿਰ ਰੁੱਖਾ ਭੋਜਨ ਭੁੰਜੇ ਸੋਣਾ ਵੀ ਪ੍ਰਵਾਨ ਹੈ। ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਤਾਂ ਬਚਨ ਇਹ ਕਹੇ ਹਨ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣ। ਇਸ ਕਰਕੇ ਜਿੱਥੇ ਭਗਤ ਭਗਤੀ ਕਰਦੇ ਨੇ ਕਰਮਾਂ ਅਨੁਸਾਰ, ਜੇ ਲੋਕਾਂ ਦੇ ਸਰੀਰ ਤੇ ਦੁੱਖ ਆਏ ਨੇ ਤੇ ਦੱਸਣ ਵਾਸਤੇ, ਕਿਤੇ ਪਰਮਾਤਮਾ ਦੀ ਭਗਤੀ ਤੋਂ ਮੁਨਕਰ ਨਾ ਹੋ ਜਾਇਓ, ਗਿਲੇ ਸ਼ਿਕਵੇ ਨਾ ਕਰਿਓ। ਉਹਨਾਂ ਨੇ ਆਪਣੇ ਤਨ ਤੇ ਸਭ ਕੁਝ ਹੰਢਾ ਕੇ ਦਿਖਾ ਦਿੱਤਾ ਸੀ ਕਿ ਭਾਣਾ ਇਸ ਤਰ੍ਹਾਂ ਮੰਨੀਦਾ। ਭਗਤ ਪ੍ਰਹਿਲਾਦ ਜੀ ਕਹਿੰਦੇ ਫਿਰ ਮੈਨੂੰ ਅੱਗ ਦੇ ਵਿੱਚ ਤਪਾ ਕੇ ਸਾੜਨ ਦਾ ਯਤਨ ਵੀ ਕੀਤਾ ਤੇ ਇਸੇ ਤਰ੍ਹਾਂ ਕਿੰਨੇ ਦਿਨ ਮੈਨੂੰ ਭੁੱਖੇ ਰੱਖਿਆ ਗਿਆ। ਮਾਰਨ ਚਾਹਤ ਅਨਕ ਪ੍ਰਕਾਰੂ, ਬੜੇ ਯਤਨ ਕੀਤੇ ਗਏ ਮੈਨੂੰ ਮਾਰਨ ਦੇ। ਸਭੇ ਉਪਾਏ ਭੀ ਬਾਦ ਤਿਨੂ ਕੀ, ਪਰ ਇਹਨਾਂ ਦੇ ਸਾਰੇ ਕੀਤੇ ਹੋਏ ਯਤਨ ਬਿਰਥੇ ਹੀ ਜਾਂਦੇ ਰਹੇ। ਮਨ ਚਿੰਤਾ ਪੀ ਅਧਿਕ ਜਿਨੂ ਕੇ, ਇਹਨਾਂ ਦੇ ਮਨ ਦੇ ਵਿੱਚ ਬੜੀ ਚਿੰਤਾ ਜਿਹੜੀ ਸੀ ਨਾ ਉਹ ਭਰ ਗਈ। ਹੁਣ ਭਗਤ ਪ੍ਰਹਿਲਾਦ ਜੀ ਕਹਿੰਦੇ ਮੈਂ ਤਾਂ ਨਿਸ਼ਚਿੰਤ ਸੀ, ਕਿਉਂਕਿ ਮੇਰਾ ਇੱਕ ਭਰੋਸਾ ਪ੍ਰਭੂ ਦੇ ਚਰਨਾਂ ਦੇ ਵਿੱਚ ਸੀ ਤੇ ਮੈਂ ਨਿਸ਼ਚਿੰਤ ਹੋ ਕੇ ਬੈਠਾ ਪ੍ਰਭੂ ਦੇ ਗੁਣ ਗਾ ਰਿਹਾ ਸੀ। ਤੇ ਚਿੰਤਤ ਕੌਣ ਸਨ? ਮਾਰਨ ਵਾਲੇ ਚਿੰਤਤ ਸਨ, ਦੁਖੀ ਸਨ। ਅਸਲ ਵਿੱਚ ਬੰਦਾ ਦੁਖੀ ਆਪਣੇ ਕਰਮਾਂ ਕਰਕੇ ਘੱਟ ਹੈ ਤੇ ਦੂਜੇ ਨੂੰ ਦੁੱਖ ਦੇਣ ਵਾਸਤੇ ਜ਼ਿਆਦਾ ਦੁਖੀ ਹੁੰਦਾ ਹੈ, ਜ਼ਿਆਦਾ ਚਿੰਤਾ ਕਰਦਾ ਹੈ ਕਿ ਇਹ ਕਿਤੇ ਸੁਖੀ ਨਾ ਹੋ ਜਾਵੇ। ਕਹਿੰਦੇ ਇਹ ਬਹੁਤ ਜ਼ਿਆਦਾ ਦੁਖੀ ਹੋਏ। ਹਰਨਾਕਸ਼ ਤੇ ਉਹਨਾਂ ਦੇ ਦੈਂਤ ਸਾਰੇ ਹੀ ਦੋਹਰਾ ਹਿਰਨ ਕਸ਼ਪ ਅਵਲੋਕ ਕੈ, ਹਰਨਾਕਸ਼ ਨੇ ਜਦ ਮੈਨੂੰ ਫਿਰ ਵੀ ਜੀਵਤ ਦੇਖਿਆ, ਚਿੰਤਾ ਜਗੀ ਵਿਸਾਲ। ਇਹਦੇ ਮਨ ਦੇ ਵਿੱਚ ਬੜੀ ਚਿੰਤਾ ਜਾਗ ਪਈ ਕਿ ਹੁਣ ਮੈਂ ਕਰਾਂ ਕੀ। ਸਭ ਉਦਮ ਨਿਸਫਲ ਗਏ, ਜਿੰਨੇ ਵੀ ਉਦਮ ਕੀਤੇ, ਯਤਨ ਕੀਤੇ ਪ੍ਰਹਿਲਾਦ ਜੀ ਨੂੰ ਮਾਰਨ ਵਾਸਤੇ, ਸਾਰੇ ਹੀ ਬਿਰਥੇ ਗਏ ਨੇ। ਮਾਰਿਓ ਮਰਤ ਨਾ ਬਾਲ, ਇਹ ਬਾਲ ਕੈਸਾ ਹੈ ਕਿ ਮਾਰਿਆ ਵੀ ਨਹੀਂ ਮਰਦਾ। ਕਿਹੜੀ ਇਹਦੇ ਕੋਲ ਕਲਾ ਹੈ। ਮੈਂ ਤਪ ਕਰਕੇ ਆਇਆ, ਮੈਂ ਵਰ ਲੈ ਕੇ ਆਇਆ ਬ੍ਰਹਮ ਲੋਕ ਤੋਂ ਤੇ ਮੈਂ ਸੋਚਦਾ ਮੈਂ ਹੀ ਤਾਕਤਵਰ ਹਾਂ, ਪਰ ਉਹ ਪਰਮਾਤਮਾ ਬੜਾ ਬੇਅੰਤ ਹੈ। ਜੇ ਕੋਈ ਬੰਦਾ ਕੋਈ ਆਪਣੇ ਗੁਣ ਦਾ, ਕਲਾ ਦਾ, ਧਨ ਦੌਲਤ ਦਾ, ਅਹੁਦੇ ਦਾ ਮਾਣ ਕਰਦਾ ਹੈ ਤੇ ਉਹਦੇ ਉੱਤੇ ਵੀ ਪਰਮਾਤਮਾ ਨੇ ਉਹ ਸ਼ਕਤੀ ਰੱਖੀ ਹੈ ਜਿਹੜੀ ਦਿਖਾ ਦਿੰਦਾ ਹੈ ਕਿ ਤੇਰੇ ਤੋਂ ਉੱਤੇ ਵੀ ਕੁਝ ਕਲਾ ਹੈ, ਤੂੰ ਆਪਣੇ ਆਪ ਨੂੰ ਹੀ ਸਭ ਕੁਝ ਨਾ ਮੰਨੀ ਬੈਠ। ਕਹਿੰਦੇ ਉਸ ਵੇਲੇ ਹਰਨਾਕਸ਼ ਦੇ ਮਨ ਵਿੱਚ ਚਿੰਤਾ ਵੱਧ ਗਈ ਕਿ ਮੈਂ ਕਰਾਂ ਕੀ, ਇਸ ਬਾਲ ਨੂੰ ਕਿਸ ਤਰ੍ਹਾਂ ਖਤਮ ਕਰਾਂ। ਚੌ ਪਈ ਮੈਂ ਭਿਆਨਕ ਕਟ ਬਚਨੇ ਉਚਾਰੇ, ਫਿਰ ਕਹਿੰਦੇ ਬੜੇ ਹੀ ਭਿਆਨਕ ਕਠੋਰ ਬਚਨ ਕਹੇ। ਸੁਨ ਕਰ ਇਹ ਉਰ ਹਰਖ ਅਪਾਰੇ, ਤੇ ਸੁਣ ਕੇ ਕਹਿੰਦੇ ਮੈਂ ਬੜਾ ਪ੍ਰਸੰਨ ਹੋਇਆ। ਉਹ ਕੌੜੇ ਬਚਨ ਬੋਲਦਾ ਸੀ ਗੁੱਸੇ ਵਿੱਚ ਆ ਕੇ ਤੇ ਪ੍ਰਹਿਲਾਦ ਜੀ ਕਹਿੰਦੇ ਮੇਰਾ ਮਨ ਖਿੜਿਆ ਸੀ, ਮੈਂ ਤਾਂ ਅੰਦਰੋਂ ਪ੍ਰਸੰਨ ਸੀ। ਅਮਿਤ ਪ੍ਰਭਾਵ ਤੇਜ ਨਹਿ ਥੂਰਾ, ਪ੍ਰਭੂ ਦੀ ਭਗਤੀ ਕਰਨ ਦੇ ਨਾਲ ਬਹੁਤਾ ਪ੍ਰਭਾਵ ਜਿਹੜਾ ਸੀ ਉਹ ਮੇਰਾ ਪ੍ਰਮਾਤਮਾ ਨੇ ਕਰ ਦਿੱਤਾ। ਇੰਨਾ ਤੇਜ ਪ੍ਰਤਾਪ ਸੀ ਕਿ ਜਿਹੜਾ ਇਹਨਾਂ ਕੋਲ ਨਹੀਂ ਸੀ ਸਹਾਰਿਆ ਜਾਂਦਾ। ਨਿਸ਼ਚੈ ਅਹ ਛਤਰ ਇਹ ਮੋਰਾ, ਹੁਣ ਨਿਸ਼ਚੈ ਕਰਕੇ ਹਰਨਾਕਸ਼ ਨੇ ਜਾਣ ਲਿਆ ਕਿ ਮੇਰਾ ਹੁਣ ਵੈਰੀ ਹੋਰ ਕੋਈ ਨਹੀਂ, ਮੇਰੇ ਘਰ ਵਿੱਚ ਜਨਮਿਆ ਮੇਰਾ ਹੀ ਪੁੱਤਰ ਹੈ। ਇਹ ਸੰਗ ਬਦਿਓ ਵਿਸਾਲ ਵਿਰੋਧਾ, ਇਸ ਕਰਕੇ ਮੇਰੇ ਨਾਲ ਬਹੁਤਾ ਮੇਰੇ ਪਿਤਾ ਨੇ ਵੈਰ ਵਧਾ ਲਿਆ। ਮਰਨੋ ਹੋਏ ਹੋਤ ਉਰ ਬੋਧਾ, ਤੇ ਮਨ ਵਿੱਚ ਇਹ ਉਹਨੇ ਜਾਣ ਲਿਆ ਕਿ ਜੇ ਇਹ ਨਾ ਮਰਿਆ ਨਾ ਤੇ ਫਿਰ ਮੇਰਾ ਮਰਨਾ ਜਿਹੜਾ ਉਹ ਨੀਅਤ ਹੈ। ਪਹਿਲਾਂ ਤੇ ਮਨ ਵਿੱਚ ਇਹ ਸੋਚਦਾ ਸੀ ਹਰਨਾਕਸ਼ ਕਿ ਮੈਂ ਤਾਂ ਅਮਰ ਹੋ ਗਿਆ, ਮੈਂ ਤਾਂ 12 ਵਾਰ ਲੈ ਆਇਆ, ਮੈਂ ਤਾਂ ਹੁਣ ਮਰਨਾ ਹੀ ਨਹੀਂ। ਪਰ ਹੁਣ ਜਦੋਂ ਪ੍ਰਹਿਲਾਦ ਜੀ ਨੂੰ ਮਾਰਨ ਦੇ ਯਤਨ ਕੀਤੇ, ਜਦ ਨਾ ਮਾਰ ਸਕਿਆ, ਇਹਦੇ ਮਨ ਵਿੱਚ ਹੁਣ ਗਿਆਨ ਇਹ ਹੋ ਗਿਆ ਕਿ ਜੇ ਇਹ ਨਾ ਮਰਿਆ ਤੇ ਫਿਰ ਮੇਰਾ ਮਰਨਾ ਪੱਕਾ ਹੈ। ਇਸ ਪ੍ਰਕਾਰ ਚਿੰਤਾ ਮੈਂ ਦੀਨਾ, ਇਸ ਚਿੰਤਾ ਦੇ ਵਿੱਚ ਜਿਹੜਾ ਪਿਤਾ ਹਰਨਾਕਸ਼ ਮੇਰਾ ਡੁੱਬ ਗਿਆ। ਸ਼੍ਰੀ ਹੱਥ ਹੋਇਓ ਬਦਨ ਮਲੀਨਾ, ਉਸ ਵੇਲੇ ਇਸ ਦੀ ਸ਼ੋਭਾ ਜਿਹੜੀ ਸੀ ਨਾ ਉਹ ਘਟ ਗਈ। ਪਹਿਲਾਂ ਤੇ ਬੜਾ ਸ਼ੋਭਾ ਵਾਲਾ ਇਹਦਾ ਮੁਖ ਸੀ, ਬੜਾ ਪ੍ਰਸੰਨ ਸੀ, ਪਰ ਹੁਣ ਦੁਖੀ ਹੋਇਆ ਤੇ ਸ਼ੋਭਾ ਵੀ ਦੀ ਫਿੱਕੀ ਪੈ ਗਈ ਤੇ ਅੰਦਰੋਂ ਬੜਾ ਦੁਖੀ ਸੀ। ਸੰਡਾ ਮਰਕਾ ਲਖ ਗਤ ਤਾਸੂ, ਜਦੋਂ ਸੰਡੇ ਅਤੇ ਮਰਕੇ ਨੇ, ਇਹ ਸ਼ੁਕਰ ਜਿਹੜਾ ਦੈਂਤਾਂ ਦਾ ਗੁਰੂ ਸੀ
ਉਹਦੇ ਪੁੱਤਰ ਸਨ ਤੇ ਚਾਟੜਿਆਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਜਦੋਂ ਸੰਡੇ ਅਤੇ ਮਰਕੇ ਨੇ ਹਰਨਾਕਸ਼ ਦਾ ਐਸਾ ਸਰੂਪ ਦੇਖਿਆ, ਐਸੀ ਉਹਦੀ ਸ਼ਕਲ ਦੇਖੀ, ਪ੍ਰਭਾ ਉਹਦੀ ਫਿੱਕੀ ਪਈ ਦੇਖੀ, ਲੈ ਕਰ ਗਏ ਇਕੰਤ ਆਵਾਸੂ। ਸੰਡਾ ਮਰਕਾ ਹਰਨਾਕਸ਼ ਨੂੰ ਵੱਖਰਾ ਕੀਤਾ ਤੇ ਇਹਨੂੰ ਘਰ ਦੇ ਅੰਦਰ ਲੈ ਗਏ। ਸਮਝਾਵਾ ਕਹਿ ਮਧੁਰੀ ਬਾਣੀ। ਬੜੇ ਪਿਆਰ ਦੇ ਨਾਲ ਇਹਨਾਂ ਨੇ ਬੋਲ ਕੇ ਨਾ ਹਰਨਾਕਸ਼ ਨੂੰ ਮਿੱਠੇ ਬੋਲ ਬੋਲ ਕੇ ਸਮਝਾਉਣ ਲੱਗੇ। ਸੁਨ ਛਤੇਸ਼ ਕਸ ਚਿੰਤਾ ਠਾਨੀ। ਕਹਿਣ ਲੱਗੇ, ਐ ਰਾਜਨ ਸੁਣ, ਤੂੰ ਕਿਉਂ ਚਿੰਤਤ ਹੋ ਰਿਹਾ, ਤੂੰ ਕਿਉਂ ਦੁਖੀ ਹੋ ਰਿਹਾ ਹੈ। ਤਬ ਬਿਲੋਕ ਕਹਿ ਪ੍ਰਕੁਟੀ ਬਾਂਕੀ। ਤੇ ਇਸ ਤਰ੍ਹਾਂ ਤੂੰ ਵੇਖ ਕਰਕੇ ਤਬ ਬਿਲੋਕੈ ਪ੍ਰਕੀ ਬਾਂਕੀ, ਤ੍ਰੈ ਲੋਕਨ ਸੁਧ ਰਹਿ ਨਾ ਕਾਂਕੀ। ਇਹਨਾਂ ਨੇ ਨਾ ਸੰਡੇ ਅਤੇ ਮਰਕੇ ਨੇ ਹਰਨਾਕਸ਼ ਨੂੰ ਹੋਰ ਚੁੱਕਣਾ ਦਿੱਤੀ, ਕਿਉਂਕਿ ਜਿਹੜੇ ਇਹ ਤੋਂ ਲੈ ਕੇ ਖਾਂਦੇ ਸਨ, ਇਹਨੂੰ ਰਾਜਾ ਮੰਨਦੇ ਸਨ, ਇਹਦੀ ਹੀ ਭਗਤੀ ਕਰਦੇ ਸਨ, ਉਹਨਾਂ ਨੇ ਤਾਂ ਇਹਦੇ ਗੁਣ ਗਾਉਣੇ ਸਨ। ਕਿਉਂਕਿ ਕਈ ਵਾਰੀ ਬੰਦੇ ਦੇ ਮਨ ਵਿੱਚ ਭਰਮ ਪੈ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਬੰਦੇ ਨੂੰ ਆਪਣੀ ਖਬਰ ਹੀ ਭੁੱਲ ਜਾਂਦੀ ਹੈ। ਚਾਪਲੂਸੀ ਦੇ ਵਿੱਚ ਬੰਦਾ ਇੰਨਾ ਜ਼ਿਆਦਾ ਡੁੱਬ ਜਾਂਦਾ ਹੈ, ਨਹਿ ਸੁਧ ਰਾਮ ਭਜਨ ਕੀ, ਪਰਮਾਤਮਾ ਦੀ ਭਗਤੀ ਦੀ ਖਬਰ ਹੀ ਭੁਲਾ ਦਿੰਦਾ ਹੈ। ਬਸ ਦੁਆਰੇ ਦੁਆਰ ਸੁਆਨ ਜਿਉਂ ਡੋਲਤ, ਜਿਸ ਤਰ੍ਹਾਂ ਕੂਕਰ ਹਲਕਾਇਆ ਡੋਲਦਾ ਫਿਰਦਾ ਹੈ, ਭਰਮਦਾ ਫਿਰਦਾ ਹੈ, ਇਸ ਤਰ੍ਹਾਂ ਹੀ ਹਲਕਾਏ ਸਨ। ਹਰਨਾਕਸ਼ ਨੂੰ ਹੀ ਰੱਬ ਮੰਨਦੇ ਸਨ। ਕਹਿੰਦੇ ਅੰਦਰ ਲਿਜਾ ਕੇ ਹਰਨਾਕਸ਼ ਨੂੰ ਕਹਿਣ ਲੱਗੇ, ਰਾਜਨ ਤੂੰ ਕਿਉਂ ਦੁਖੀ ਹੁੰਨਾ ਹੈ। ਤੇਰੀ ਟੇਢੀ ਨਿਗਾਹ ਦੇਖ ਕਰਕੇ ਤਾਂ ਤਿੰਨਾਂ ਲੋਕਾਂ ਦੇ ਲੋਕ ਜਿਹੜੇ ਨੇ ਉਹ ਆਪਣੀ ਸ਼ੁੱਧ ਬੁੱਧ ਭੁਲਾ ਦਿੰਦੇ ਹਨ। ਸਿਸ ਕੀ ਕੇਤਿਕ ਬਾਤ ਜੋ ਦੀਨਾ। ਇਹ ਤੇਰੇ ਪੁੱਤਰ ਦੀ ਗੱਲ ਹੀ ਕੀ ਹੈ ਪ੍ਰਹਿਲਾਦ ਦੀ, ਇਹਦੇ ਕਰਕੇ ਤੂੰ ਕਿਉਂ ਦੁਖੀ ਹੋ ਰਿਹਾ ਹੈ। ਤੁਮਰੇ ਹੈ ਸਭ ਲੋਕ ਅਧੀਨਾ। ਤੇਰੇ ਤਾਂ ਸਾਰੇ ਲੋਕ ਅਧੀਨ ਹਨ। ਜੇ ਕਿਤੇ ਮਾਲਕ ਦੀ ਕਿਰਪਾ ਦੇ ਨਾਲ ਰਾਜ ਭਾਗ ਵੀ ਮਿਲਿਆ ਹੋਵੇ ਨਾ, ਤੇ ਫਿਰ ਰਾਜ ਐਸਾ ਹੋਵੇ ਜਿਸ ਤਰ੍ਹਾਂ ਦਾ ਸ਼ੇਰੇ ਪੰਜਾਬ ਨੇ ਕੀਤਾ ਹੈ। ਆਪਣੇ ਆਪ ਨੂੰ ਪ੍ਰਜਾ ਦਾ ਸੇਵਕ ਸਮਝ ਕਰਕੇ ਰਾਜ ਕਰਨਾ। ਕਦੇ ਵੀ ਕਿਸੇ ਪ੍ਰਜਾ ਦੇ ਨੇਤਰਾਂ ਦੇ ਵਿੱਚ ਹੰਝੂ ਨਹੀਂ ਸੀ ਆਉਣ ਦਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਹਰੇਕ ਨੂੰ ਅਧਿਕਾਰ ਸੀ ਕਿ ਆਪਣਾ ਦੁੱਖ ਜਾ ਕੇ ਮਹਾਰਾਜੇ ਦੇ ਦਰਬਾਰ ਵਿੱਚ ਕੋਈ ਸੁਣਾ ਸਕਦਾ ਸੀ। ਪਰ ਜੇ ਕਿਤੇ ਰਾਜਾ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ, ਫਿਰ ਦਾਨੇ ਕਹਿੰਦੇ ਨੇ ਤਪੂ ਰਾਜ ਰਾਜੂ ਨਰਕ ਹਰਨਾਕਸ਼। ਉਸ ਵੇਲੇ ਕਹਿੰਦੇ ਮਨ ਇਹਦਾ ਚਿੰਤਾ ਵਿੱਚ ਡੁੱਬ ਗਿਆ, ਪ੍ਰਭਾ ਇਹਦੀ ਫਿੱਕੀ ਪੈ ਗਈ। ਉਸ ਵੇਲੇ ਸੰਡਾ ਤੇ ਮਰਕਾ ਇਹਨੂੰ ਕਹਿਣ ਲੱਗੇ, ਤੂੰ ਕਿਉਂ ਦੁਖੀ ਹੁੰਨਾ ਹੈ। ਤੇਰੇ ਪ੍ਰਤਾਪ ਤਾਂ ਤਿੰਨਾਂ ਲੋਕਾਂ ਦੀ ਦੁਨੀਆ ਵਿੱਚ ਚੱਲਦੇ ਨੇ, ਸਾਰੇ ਲੋਕ ਤੇਰਾ ਭੈ ਮੰਨਦੇ ਹਨ। ਤਜ ਚਿੰਤਾ ਇੱਕ ਸੁਨਹੁ ਉਪਾਈ। ਐ ਰਾਜਨ ਤੂੰ ਚਿੰਤਾ ਛੱਡ ਤੇ ਇੱਕ ਉਪਾਅ ਹੋਰ ਤੈਨੂੰ ਦੱਸਦੇ ਆਂ, ਸੁਣ। ਵਰੁਣ ਪਾਸ ਸੋ ਬਾਂਧੋ ਲਿਆਈ। ਤੇ ਜਿਹੜਾ ਵਰੁਣ ਪਾਸ ਇੱਕ ਤਰ੍ਹਾਂ ਦਾ ਰੱਸਾ ਮੰਨਿਆ ਹੈ, ਵਰੁਣ ਦਾ ਇੱਕ ਅਸਤਰ ਜਿਸ ਨੂੰ ਨਾਗਪਾਸ਼ ਵੀ ਕਹਿੰਦੇ ਨੇ, ਬੈਰੀਆਂ ਦੇ ਬੰਨਣ ਦਾ ਇੱਕ ਪ੍ਰਕਾਰ ਦਾ ਇੱਕ ਫੰਦਾ ਹੈ, ਜਿਹੜਾ ਕਿਸੇ ਕੋਲੋਂ ਨਹੀਂ ਬਾਅਦ ਵਿੱਚ ਖੁੱਲਦਾ। ਇਹ ਆਪ ਹੀ ਜਿਹਨੇ ਬੰਨਿਆ ਹੈ, ਇਸ ਦੇ ਨਾਲ ਉਹੀ ਖੋਲ ਸਕਦਾ ਸੀ। ਸੋ ਇੱਕ ਤਰ੍ਹਾਂ ਦਾ ਅਸਤਰ ਬੰਨਣ ਦੇ ਕੰਮ ਆਉਂਦਾ ਸੀ ਵੈਰੀਆਂ ਨੂੰ। ਕਹਿਣ ਲੱਗੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਵਰਣ ਪਾਸ ਜਿਹੜਾ ਫੰਦਾ ਹੈ ਉਹ ਲੈ ਕੇ ਆਉਨੇ ਆ। ਸ਼ੁਕਰ ਨਿਕੇਤ ਆਏ ਹੈ ਜੌਲ। ਉਸ ਫੰਦੇ ਦੇ ਨਾਲ ਤੇਰੇ ਪੁੱਤਰ ਪ੍ਰਹਿਲਾਦ ਨੂੰ ਬੰਨ ਦਿੰਨੇ ਆ। ਮਰਦਾ ਤੇ ਹੁਣ ਹੈ ਨਹੀਂ, ਉਸ ਫੰਦੇ ਦੇ ਨਾਲ ਇਹਨੂੰ ਬੰਨ ਲੈਨੇ ਆ। ਤੇ ਜਿੰਨੇ ਚਿਰ ਤੱਕ ਸਾਡਾ ਪਿਤਾ ਸ਼ੁਕਰ ਜਿਹੜਾ ਦੈਂਤਾਂ ਦਾ ਗੁਰੂ ਸੀ ਤੇ ਉਹ ਵੀ ਬੜਾ ਕਲਾਵਾਨ ਸੀ, ਕਹਿੰਦੇ ਜਿੰਨਾ ਚਿਰ ਤੱਕ ਉਹ ਘਰ ਵਿੱਚ ਨਹੀਂ ਆਉਂਦਾ, ਹਮ ਰਾਖੈ ਬੰਦੇ ਇਹ ਤੌਲੋ। ਉਹਨੇ ਚਿਰ ਤੱਕ ਤੇਰੇ ਪੁੱਤਰ ਪ੍ਰਹਿਲਾਦ ਨੂੰ ਇਸ ਫੰਦੇ ਦੇ ਨਾਲ ਬੰਨ ਕੇ ਰੱਖਾਂਗੇ। ਜਾ ਕੀ ਹੋਏ ਜਬ ਬੈਸ ਵਡੇਰੀ। ਜਦੋਂ ਤੇਰੇ ਪੁੱਤਰ ਨੂੰ ਬੰਨੀ ਰੱਖਾਂਗੇ ਤੇ ਇਹਦੀ ਉਮਰ ਵੱਡੀ ਹੋ ਜਾਵੇਗੀ। ਮਨ ਵਿੱਚ ਇਹ ਵੀ ਇੱਕ ਭਰਮ ਸੀ ਕਿ ਇਹ ਬੱਚੇ ਨੇ, ਬਾਲਕ ਨੇ, ਹੋ ਸਕਦਾ ਹੈ ਕਿ ਬਚਪਨ ਵਿੱਚ ਸਾਡੀ ਗੱਲ ਨਾ ਸਮਝਦੇ ਹੋਣ। ਜਦੋਂ ਸਾਡਾ ਪਿਤਾ ਸ਼ੁਕਰ ਵਾਪਸ ਆਵੇਗਾ ਨਾ, ਉਹ ਤਪ ਕਰਨ ਗਿਆ ਏ, ਉਹ ਆਪੇ ਆ ਕੇ ਇਹਨੂੰ ਸਮਝਾ ਲਵੇਗਾ। ਉਨੇ ਚਿਰ ਤੱਕ ਇਹਨੂੰ ਇੱਥੇ ਬੰਨ ਕੇ ਰੱਖਦੇ ਆ। ਤਬ ਐ ਉਰ ਸੁਮਤ ਕਨੇਰੀ। ਜਦੋਂ ਇਹ ਵੱਡਾ ਹੋ ਜਾਵੇਗਾ ਤੇਰਾ ਪੁੱਤਰ ਤੇ ਇਹਨੂੰ ਮੱਤ ਆ ਜਾਵੇਗੀ। ਹਾਲੇ ਕਹਿ ਰਹੇ ਨੇ ਕਿ ਇਹਨੂੰ ਮੱਤ ਨਹੀਂ ਹੈ, ਭਗਤੀ ਕਰਦਾ, ਸਿਮਰਨ ਕਰਦਾ, ਪ੍ਰਭੂ ਭਗਤੀ 'ਚ ਮਨ ਲੀਨ ਹੈ ਨਾ, ਇਹਨੂੰ ਮੱਤ ਨਹੀਂ। ਜਦੋਂ ਤੇਰੀ ਬੰਦਗੀ ਕਰੇਗਾ, ਤੈਨੂੰ ਰੱਬ ਮੰਨੇਗਾ, ਉਦੋਂ ਮੱਤ ਆਵੇਗੀ। ਕਹਿੰਦੇ ਜਦੋਂ ਵੱਡਾ ਹੋਵੇਗਾ ਤੈਨੂੰ ਆਪੇ ਮੱਤ ਆ ਜਾਵੇਗੀ। ਸਿੱਖਿਆ ਦੀ ਸ਼ੁਕਰ ਪੁਨਿਆਈ। ਸਾਡਾ ਪਿਤਾ ਦੈਂਤਾਂ ਦਾ ਗੁਰੂ ਸ਼ੁਕਰ ਆਪੇ ਇਹਨੂੰ ਆ ਕੇ ਸਿੱਖਿਆ ਦਵੇਗਾ। ਰਾਜਨੀਤ ਸਭ ਲੇਹ ਪੜਾਈ। ਫਿਰ ਰਾਜਨੀਤੀ ਪੜ੍ਹਾ ਦਵੇਗਾ, ਕਿਉਂਕਿ ਤੇਰੇ ਤੋਂ ਬਾਅਦ ਤੇਰੇ ਪੁੱਤਰ ਨੇ ਤਾਂ ਰਾਜ ਕਰਨਾ ਹੈ। ਹੁਣ ਘਰ ਵਿੱਚ ਕੀ ਨਹੀਂ ਹੈ, ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਜਿਹੜੇ ਨਾਮ ਰਸੀ ਹਨ ਉਹ ਮਾਤ ਲੋਕ ਤੋਂ ਲੈ ਕੇ ਸਵਰਗ ਲੋਕ ਦੇ ਪਦਾਰਥਾਂ ਨੂੰ ਤੁੱਛ ਜਾਣਦੇ।
ਕਿਉਂਕਿ ਪਰਲੋਕ ਵਿੱਚ ਇਹਨਾਂ ਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਕਹਿੰਦੇ ਸਾਡਾ ਪਿਤਾ ਸ਼ੁਕਰ ਆਵੇਗਾ ਤੇ ਆਪੇ ਤੇਰੇ ਪੁੱਤਰ ਪ੍ਰਹਿਲਾਦ ਨੂੰ ਰਾਜਨੀਤੀ ਪੜਾ ਦੇਵੇਗਾ। ਤਿੰਤੇ ਸੁਨ ਕਰ ਅਸ ਦਨ ਦੇਸਾ, ਇਹ ਸਰਨਾਕਸ਼ ਨੇ ਸੰਡੇ ਅਤੇ ਮਰਕੇ ਤੋਂ ਸੁਣ ਕੇ ਆਗਿਆ ਦਿੱਤੀ ਮਾਨ ਬਚਨ ਪੁਨ ਦਈ ਨਰੇਛਾ। ਤੇ ਉਸ ਵੇਲੇ ਆਗਿਆ ਮੰਨ ਕੇ ਇਸ ਨੇ ਆਗਿਆ ਇਹਨਾਂ ਦਾ ਬਚਨ ਮੰਨ ਕੇ ਆਗਿਆ ਦਿੱਤੀ ਹੈ। ਲੈ ਜਾਵੋ ਦਿਡ ਬਾਂਧੋ ਪੜਾਵੋ, ਕਹਿੰਦਾ ਲੈ ਜਾਓ ਮੇਰੇ ਪੁੱਤਰ ਪ੍ਰਹਿਲਾਦ ਨੂੰ, ਇਹਨੂੰ ਜਿਸ ਤਰ੍ਹਾਂ ਜਾ ਕੇ ਬੰਨਣਾ ਹੈ ਉਸ ਤਰ੍ਹਾਂ ਬੰਨੋ ਤੇ ਜਾ ਕੇ ਪੜ੍ਹਾਈ ਪੜਾਵੋ ਜਿਹੜੇ ਹੋਰ ਦੈਂਤਾਂ ਦੇ ਪੁੱਤਰਾਂ ਨੂੰ ਪੜਾ ਰਹੇ ਹੋ। ਧਰਮ ਤਿਬਰ ਅਗਹਿ ਸਰਬ ਸਿਖਾਵੋ, ਧਰਮ ਦੇ ਜਿਹੜੇ 3 ਵਰਗ ਹਨ ਉਹ ਸਿਖਾਓ, ਧਰਮ ਅਰਥ ਕਾਮ ਸਿਖਾਓ ਤੇ ਚੌਥਾ ਭਾਵ ਮੋਖ ਨਾ ਸਿਖਾਇਓ। ਇਸ ਕਰਕੇ ਇਹਨੂੰ ਲੈ ਜਾਓ ਤੇ 3 ਮਾਰਗ ਜਿਹੜੇ ਇਹਨੂੰ ਪੜਾਵੋ। ਸੰਡੇ ਮਰ ਕੇ ਬੰਧਨ ਕਰਕੇ, ਹਰਨਾਕਸ਼ ਦੀ ਗੱਲ ਮੰਨ ਕੇ ਸੰਡੇ ਅਤੇ ਮਰਕੇ ਨੇ ਉਸ ਵੇਲੇ ਕਹਿੰਦੇ ਮੈਨੂੰ ਬੰਨਿਆ ਹੈ। ਰਾਖਿਓ ਅੰਤਰ ਮੋਹ ਕੋ ਘਰ ਕੈ, ਮੈਨੂੰ ਆਪਣੇ ਘਰ ਵਿੱਚ ਲੈ ਗਏ ਤੇ ਉੱਥੇ ਜਾ ਕੇ ਬੰਨ ਕੇ ਰੱਖਿਆ। ਆਏ ਆਪਨੋ ਪਾਠ ਪੜਾਵਤ, ਇਹ ਆਉਂਦੇ ਸੀ ਤੇ ਆਪਣਾ ਕੰਮ ਕਰਦੇ ਸੀ, ਮੈਨੂੰ ਉਹ ਪੜ੍ਹਾਈ ਪੜਾਉਂਦੇ ਸਨ ਜਿਹੜੀ ਦੈਂਤਾਂ ਵਾਲੀ ਸੀ। ਤਿਨ ਕੋ ਕਹਿਓ ਨਾ ਮਨ ਮੈਂ ਭਾਵਤ, ਪਰ ਇਹਨਾਂ ਦਾ ਕਿਆ ਹੋਇਆ ਮੇਰੇ ਮਨ ਦੇ ਉੱਤੇ ਅਸਰ ਨਹੀਂ ਸੀ ਕਰਦਾ। ਬਾਹਰ ਮੁਖੀ ਬੜੇ ਖੁਸ਼ ਹੁੰਦੇ ਸੀ, ਪ੍ਰਸੰਨ ਹੁੰਦੇ ਸੀ ਕਿ ਪ੍ਰਹਿਲਾਦ ਜੀ ਨੂੰ ਬੰਨ ਕੇ ਰੱਖਿਆ ਹੈ, ਆਪਾਂ ਆਪਣੀ ਪੜ੍ਹਾਈ ਪੜ੍ਹਾ ਰਹੇ ਹਾਂ। ਪਰ ਕਹਿੰਦੇ ਇਹਨਾਂ ਦਾ ਕਿਆ ਹੋਇਆ ਮੇਰੇ ਮਨ ਉੱਤੇ ਅਸਰ ਨਹੀਂ ਸੀ ਕਰਦਾ। ਰਾਗ ਦੁਐਖ ਜਿਹ ਮਾਹੇ ਵਿਸਾਲਾ, ਕਿਉਂਕਿ ਇਹਨਾਂ ਦੀ ਪੜ੍ਹਾਈ ਜਿਹੜੀ ਸੀ ਨਾ ਉਹ ਰਾਗ ਦਵੈਸ਼ ਵਾਲੀ ਸੀ। ਕਿਉ ਮਨ ਰੁਚੈ ਜਗਤ ਜੰਜਾਲਾ, ਪਰ ਮੇਰਾ ਮਨ ਭਗਤੀ ਵਿੱਚ ਭਿੱਜਾ ਸੀ, ਜਗਤ ਦੇ ਜੰਜਾਲਾਂ 'ਚ ਕਿਸ ਤਰ੍ਹਾਂ ਫਸ ਸਕਦਾ ਸੀ। ਸ੍ਰੀ ਕਰਤਾਰ ਚਰਨ ਲਿਵ ਲਾਗੀ, ਮੇਰੀ ਤਾਂ ਇੱਕ ਕਰਤਾਰ ਪ੍ਰਭੂ ਦੇ ਚਰਨਾਂ ਦੇ ਵਿੱਚ ਲਿਵ ਲੱਗੀ ਸੀ। ਅਹਨਿਸ ਵਿੱਚ ਵਿਵੇਕ ਅਨੁਰਾਗੀ, ਦਿਨ ਰਾਤ ਬਸ ਪ੍ਰਭੂ ਦੇ ਗਿਆਨ ਦੇ ਵਿੱਚ ਮਨ ਪ੍ਰੇਮੀ ਹੋਇਆ ਸੀ। ਜਗਤ ਅਸਾਰ ਸਰਬ ਹੀ ਜਾਨਾ, ਮੇਰੇ ਮਨ ਨੇ ਸੰਸਾਰ ਨੂੰ ਨਾਸ਼ਵੰਤ ਜਾਣ ਲਿਆ। ਸਿਮਰਨ ਨਾਮ ਸਾਰ ਇਕ ਮਾਨਾ, ਬਸ ਇੱਕ ਪ੍ਰਭੂ ਦੇ ਨਾਮ ਨੂੰ ਹੀ ਸਾਰ ਮੰਨਿਆ, ਉਹੀ ਤਤ ਵਸਤੂ ਹੈ। ਇੱਕ ਪ੍ਰਭੂ ਦਾ ਨਾਮ ਹੀ ਜਿਹੜਾ ਹੈ ਉਹ ਥਿਰ ਰਹਿਣ ਵਾਲਾ ਹੈ। ਜਬ ਸੋ ਕਰਕੇ ਕਾਜ ਸਿਧਾਵੈ, ਜਦੋਂ ਇਹ ਸੰਡਾ ਤੇ ਮਰਕਾ ਪਹਿਲਾਂ ਤੇ ਪਾਠ ਪੜਾਉਂਦੇ ਸਨ ਬੱਚਿਆਂ ਨੂੰ, ਮੈਨੂੰ ਵੀ, ਤੇ ਜਦੋਂ ਆਪਣੇ ਹੋਰ ਘਰ ਦੇ ਕੰਮਾਂ ਦੇ ਵਿੱਚ ਲੱਗ ਜਾਂਦੇ ਸਨ, ਚਲੇ ਜਾਂਦੇ ਸਨ, ਤਬ ਦੈਤਨ ਕੇ ਬਾਲ ਕੇ ਆਵੈ। ਤਦੋਂ ਜਿਹੜੇ ਦੈਂਤਾਂ ਦੇ ਬਾਲਕ ਸੀ ਨਾ ਉਹ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਕੋਲ ਆ ਜਾਂਦੇ ਸੀ। ਆਉਂਦੇ ਤਾਂ ਸੀ, ਇੱਕ ਤਾਂ ਰਾਜੇ ਦਾ ਪੁੱਤਰ ਸੀ ਤੇ ਦੂਜੇ ਇਹ ਦੇਖਦੇ ਸਨ ਕਿ ਪ੍ਰਹਿਲਾਦ ਨੂੰ ਕਿਉਂ ਬੰਨਿਆ ਹੈ। ਹੁਣ ਬੱਚੇ ਨੂੰ ਮਨ ਦੇ ਵਿੱਚ ਤਾਂ ਬੱਚਿਆਂ ਦੇ ਅਸਰ ਹੁੰਦਾ ਹੀ ਸੀ ਨਾ ਕਿ ਇਹਨੂੰ ਕਿਉਂ ਬੰਨ ਕੇ ਰੱਖਿਆ ਹੈ, ਤੇ ਜਾ ਕੇ ਆਪਾਂ ਇਹਨੂੰ ਪੁੱਛਦੇ ਹਾਂ ਤੇ ਵੱਖਰੀ ਜੀ ਕੋਈ ਚੀਜ਼ ਲੱਗੇ ਤੇ ਬੱਚੇ ਭੱਜ ਕੇ ਦੇਖਣ ਵਾਸਤੇ ਜਾਂਦੇ। ਪਹਿਲਾਂ ਤੇ ਕਲਾਸ ਵਿੱਚ ਪਾਠਸ਼ਾਲਾ 'ਚ ਬਹਿ ਕੇ ਸਾਰੇ ਪੜ੍ਹਦੇ ਸਨ, ਪਰ ਜਦੋਂ ਸੰਡਾ ਤੇ ਮਰਕਾ ਆਪਣੇ ਘਰ ਦੇ ਕੰਮਾਂ 'ਚ ਚਲੇ ਜਾਂਦੇ ਸਨ, ਉਸ ਤੋਂ ਬਾਅਦ ਇਹ ਸਾਰੇ ਦੈਂਤਾਂ ਦੇ ਬੱਚੇ ਇਕੱਠੇ ਹੋ ਕੇ ਮੇਰੇ ਕੋਲ ਆ ਜਾਂਦੇ ਸੀ। ਸ਼ੁਭ ਉਪਦੇਸ਼ ਦਿਓ ਮੈਂ ਤਾਹੂ, ਤੇ ਪ੍ਰਹਿਲਾਦ ਜੀ ਕਹਿੰਦੇ ਮੈਂ ਉਹਨਾਂ ਬੱਚਿਆਂ ਨੂੰ ਸ਼ੁਭ ਉਪਦੇਸ਼ ਦਿੰਦਾ ਸੀ। ਪ੍ਰਭੂ ਦੀ ਭਗਤੀ ਦਾ ਜਿਹੜਾ ਮੈਨੂੰ ਚਾਨਣ ਹੋਇਆ ਸੀ, ਮੈਨੂੰ ਗਿਆਨ ਹੋਇਆ ਸੀ, ਮੈਂ ਉਹਨਾਂ ਬੱਚਿਆਂ ਨੂੰ ਵੀ ਉਹ ਉਪਦੇਸ਼ ਦਿੰਦਾ ਸੀ। ਸੁਨ ਕਰ ਸੋ ਧਾਰੇ ਉਰ ਮਾਹੂ, ਬੱਚੇ ਦਾ ਮਨ ਜਿਹੜਾ ਉਹ ਤਾਂ ਸਫੇਦ ਕਾਗਜ਼ ਦੀ ਤਰ੍ਹਾਂ ਹੈ, ਕੱਪੜੇ ਦੀ ਤਰ੍ਹਾਂ ਹੈ, ਜਿੱਦਾਂ ਦਾ ਰੰਗ ਕੋਈ ਚੜਾਵੇ ਉਹ ਚੜ ਜਾਵੇਗਾ। ਤੇ ਹੁਣ ਬੱਚਿਆਂ ਦੇ ਮਨ ਦੇ ਵਿੱਚ ਬਹੁਤਾ ਅਸਰ ਹੁੰਦਾ ਸੀ, ਉਹਨਾਂ ਦੇ ਮਨ ਦੇ ਵਿੱਚ ਵੀ ਜਿਹੜਾ ਸੀ ਪ੍ਰੇਮਾ ਭਗਤੀ ਦਾ ਅਸਰ ਹੋਣ ਲੱਗਾ। ਬੂਝੇ ਸੁਨ ਕਰ ਪ੍ਰਸ਼ਨ ਬਹੋਰੀ, ਮੇਰੇ ਕੋਲੋਂ ਇਹ ਗੱਲਾਂ ਸੁਣ ਕੇ ਤੇ ਅੱਗੋਂ ਪ੍ਰਸ਼ਨ ਕਰਦੇ ਸਨ ਕਈ ਤਰ੍ਹਾਂ ਦੇ। ਜਾਗੇ ਤਿਨ ਉਰ ਭਗਤ ਨਾ ਥੋਰੀ, ਇਹਨਾਂ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਪ੍ਰੇਮਾ ਭਗਤੀ ਦੀ ਜਾਗ ਲੱਗ ਗਈ। ਉਹਨਾਂ ਦੇ ਅੰਦਰ ਵੀ ਜਿਹੜਾ ਸੀ ਪਰਮਾਤਮਾ ਦੀ ਭਗਤੀ ਦਾ ਜਿਹੜਾ ਸੀ ਚਾਅ ਸੀ ਉਹਨਾਂ ਨੂੰ ਚੜ ਗਿਆ। ਦੂਹਰਾ ਸ੍ਰੀ ਗੁਰ ਭਗ ਕੇ ਤਿਕ ਪੁਸ਼ਪ, ਕਵੀ ਜੀ ਹੁਣ ਅਗਲਾ ਅਧਿਆਏ ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਦ ਦਾ 68ਵਾਂ ਅਧਿਆਏ ਆਰੰਭ ਕਰਦੇ ਨੇ। ਪਹਿਲਾਂ ਮੰਗਲ ਕਰਦੇ ਨੇ, ਅਰਦਾਸ ਕਰਦੇ ਨੇ, ਮਾਲਕ ਦੇ ਚਰਨਾਂ ਦਾ ਆਸਰਾ ਲੈਂਦੇ ਨੇ। ਸ੍ਰੀ ਗੁਰ ਪਗ ਕੇਤਕ ਪੁਸ਼ਪ ਕਹਿੰਦੇ ਨੇ ਗੁਰੂ ਸਾਹਿਬ ਦੇ ਜਿਹੜੇ ਚਰਨ ਨੇ ਨਾ ਉਹ ਕੇਤਕੀ ਦੇ ਫੁੱਲ ਦੀ ਤਰ੍ਹਾਂ ਹਨ। ਪ੍ਰੇਮ ਕੰਟ ਜਿਹ ਸੰਗ, ਇਹ ਕੇਤਕੀ ਦੇ ਫੁੱਲ ਦੇ ਨਾਲ ਪ੍ਰੇਮ ਰੂਪੀ ਕੰਡੇ ਲੱਗੇ ਹੋਏ ਹਨ। ਮਨ ਮਲਿੰਦ ਕੋ ਵੇਦ ਕਰ, ਮੈਂ ਆਪਣੇ ਮਨ ਨੂੰ ਭੋਰਾ ਬਣਾ ਕੇ ਕਹੂੰ ਕਥਾ ਸੋ ਉਮੰਗ। ਮਨ ਰੂਪੀ ਭੌਰੇ ਨੂੰ ਪ੍ਰੇਮ ਰੂਪੀ ਕੰਡੇ ਦੇ ਨਾਲ ਵਿੰਨ ਕੇ
ਤੇ ਮੈਂ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਉਮੰਗ ਉਤਸ਼ਾਹ ਦੇ ਨਾਲ ਅੱਗੇ ਉਚਾਰਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਸੁਣਾ ਰਹੇ ਹਨ ਖਡੂਰ ਦੀ ਧਰਤੀ ਤੇ। ਚੌਪਈ ਸੁਨ ਸ੍ਰੀ ਅੰਗਦ ਕਥਾ ਪੁਨੀਤਾ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਕਥਾ ਸਤਿਗੁਰੂ ਜੀ ਦੇ ਜੀਵਨ ਦੀ ਆਪ ਸਰਵਣ ਕਰੋ। ਕਹਿਤ ਪ੍ਰਹਿਲਾਦ ਭਇਓ ਜਸ ਰੀਤਾ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਸਾਨੂੰ ਆਪਣਾ ਸਾਰਾ ਇਤਿਹਾਸ ਬੋਲ ਕੇ ਸੁਣਾਇਆ। ਦੈਤ ਪੁੱਤਰ ਜਬ ਢਿਗ ਹੋਏ ਬੈਸੇ। ਕਹਿੰਦੇ ਜਦੋਂ ਦੈਂਤਾਂ ਦੇ ਪੁੱਤਰ ਸਾਰੇ ਮੇਰੇ ਕੋਲ ਆ ਕੇ ਬੈਠਣ ਲੱਗੇ। 300 ਬਚਨ ਸੁਭਗ ਉਪਦੇਸ਼ੈ। ਉਹਨਾਂ ਨੂੰ ਮੈਂ ਜਿਹੜੇ ਸ਼੍ਰੇਸ਼ਟ ਬਚਨਾਂ ਦਾ ਉਪਦੇਸ਼ ਸੁਣਾਉਣ ਲੱਗਾ। ਤਨੁਜ ਸੁਤ ਹੋ ਸੁਨੀਐ ਦੈ ਕਾਨਾ। ਐ ਦੈਂਤਾਂ ਦੇ ਪੁੱਤਰੋ ਕੰਨ ਦੇ ਕੇ ਸੁਣੋ। ਕਰਹੁ ਪ੍ਰਾਨ ਨਿਜ ਕੋ ਕਲਿਆਣਾ। ਤੇ ਸੁਣੋਗੇ ਸਿੱਖਿਆ ਨੂੰ ਤੇ ਆਪਣੇ ਪ੍ਰਾਣਾਂ ਦੀ ਕਲਿਆਣ ਕਰਾ ਲਓਗੇ। ਇਸ ਆਵਾਗਾਉਣ ਦੇ ਚੱਕਰ ਤੋਂ ਬਚ ਜਾਓਗੇ। ਇਹ ਤਨ ਦੁਰਲਭ ਜਾਨੋ ਭਾਈ। ਪ੍ਰਹਿਲਾਦ ਜੀ ਕਹਿੰਦੇ ਦੈਂਤਾਂ ਦੇ ਪੁੱਤਰ ਮੇਰੇ ਪਾਸ ਆ ਕੇ ਬੈਠ ਜਾਂਦੇ ਤੇ ਉਹਨਾਂ ਨੂੰ ਵੀ ਮੈਂ ਉਪਦੇਸ਼ ਦਿੱਤਾ। ਇਹ ਤਨ ਦੁਰਲਭ ਜਾਨੋ ਭਾਈ। ਇਹ ਜਿਹੜਾ ਸਰੀਰ ਹੈ ਨਾ ਇਹ ਬੜਾ ਦੁਰਲਭ ਹੈ, ਬੜਾ ਔਖਾ, ਬੜੇ ਲੰਮੇ ਸਮੇਂ ਬਾਅਦ ਇਹ ਪ੍ਰਾਪਤ ਹੋਇਆ ਹੈ ਭਾਈ। ਪ੍ਰਾਪਤ ਮਾਨੁਖ ਦੇ ਹਰੀਆ, ਪਰ ਮਿਲਿਆ ਕਿਸ ਤਰ੍ਹਾਂ ਹੈ? ਭਗਤ ਜੀ ਕਹਿੰਦੇ ਕਈ ਜੂਨਾਂ ਨੂੰ ਭੋਗ ਕੇ ਪ੍ਰਾਪਤ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਬੜਾ ਕੀਮਤੀ ਮਨੁੱਖਾ ਸਰੀਰ ਹੈ ਪਰ ਮਿਲਿਆ ਬਹੁਤ ਲੰਮੇ ਸਮੇਂ ਬਾਅਦ ਹੈ। ਬੜੇ ਯਤਨਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਮਿਲੀ। 84 ਲੱਖ ਜੂਨਾਂ ਭੋਗ ਕੇ ਮਿਲੀ ਹੈ, ਇਸੇ ਲਈ ਦੁਰਲਭ ਹੈ ਨਾ। ਪਰ ਹੋਇਆ ਕਿ ਉਹ ਜਨਮਾਂ ਦਾ ਮਨੁੱਖ ਨੂੰ ਗਿਆਨ ਨਹੀਂ ਹੈ। ਇਸੇ ਕਰਕੇ ਮਨੁੱਖ ਪਿਛਲਾ ਜਨਮਾਂ ਦਾ ਗਿਆਨ ਭੁੱਲਿਆ ਹੋਣ ਕਰਕੇ ਇਹ ਜਿਹੜਾ ਜਨਮ ਹੈ ਇਹ ਇਸ ਤਰ੍ਹਾਂ ਕਹਿੰਦਾ ਹੈ ਕਿ ਖਾਓ ਪੀਓ, ਅੱਗਾ ਕਿਹਨੇ ਦੇਖਿਆ, ਪਿੱਛਾ ਕਿਹਨੇ ਦੇਖਿਆ। ਪਰ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਬੈਠਦੇ ਹਾਂ, ਗੁਰੂ ਸਾਹਿਬ ਦੀ ਬਾਣੀ ਸੁਣਦੇ ਹਾਂ, ਇਤਿਹਾਸ ਦੀ ਕਥਾ ਸੁਣਦੇ ਹਾਂ, ਤੇ ਫਿਰ ਤਾਂ ਗੁਰੂ ਸਾਹਿਬ ਮਹਾਰਾਜ ਸਾਨੂੰ ਇਹ ਸਿੱਖਿਆ ਦਿੰਦੇ ਹੀ ਨੇ। ਕਿਉਂਕਿ ਸਤਿਗੁਰੂ ਤਾਂ ਤਰੇਈ ਕਾਲ ਦੇ ਗਿਆਤਾ ਹਨ। ਜੋ ਸਮਾਂ ਲੰਘ ਚੁੱਕਿਆ, ਜੋ ਆਉਣ ਵਾਲਾ ਤੇ ਜਿਹੜਾ ਚੱਲ ਰਿਹਾ ਹੈ, ਇਸੇ ਲਈ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਹਨ। ਤੇ ਜਿਨ੍ਹਾਂ ਤੇ ਕਿਰਪਾ ਹੁੰਦੀ ਆ ਉਹਨਾਂ ਤੇ ਮਨ ਦੇ ਉੱਤੇ ਅਸਰ ਹੋ ਜਾਂਦਾ ਹੈ। ਭਗਤ ਜੀ ਕਹਿਣ ਲੱਗੇ ਸਾਰੇ ਦੈਂਤਾਂ ਦੇ ਪੁੱਤਰਾਂ ਨੂੰ, ਭਾਈ ਸੁਣੋ, ਇਹ ਤਨ ਦੁਰਲਭ ਜਾਨੋ ਭਾਈ। ਐ ਭਾਈ ਪਿਆਰਿਓ ਭਰਾਵੋ, ਇਹ ਤਨ ਮਨੁੱਖਾ ਸਰੀਰ ਬੜਾ ਦੁਰਲਭ ਹੈ। ਉਨ ਸਥਿਰ ਨੇ ਜਗਤ ਰਹਾਈ। ਤੇ ਦੂਜੀ ਗੱਲ ਹੈ ਇਹ ਦੁਰਲਭ, ਤੇ ਦੂਜੀ ਗੱਲ ਹੈ ਸਰੀਰ ਨੇ ਕਦੇ ਕਾਇਮ ਰਹਿਣਾ ਵੀ ਨਹੀਂ। ਬੜਾ ਕੀਮਤੀ ਵੀ ਹੈ। ਤੇ ਹੁਣ ਜੇ ਕੀਮਤੀ ਹੈ ਤੇ ਜੇ ਇਹਨੂੰ ਹੀ ਸਾਜਣ ਸਵਾਰਨ ਵਿੱਚ ਲੱਗ ਜਾਈਏ ਕਿ ਬੜਾ ਕੀਮਤੀ ਹੈ, ਤੇ ਫਿਰ ਕਹਿੰਦੇ ਇਹਦੇ ਵੱਲ ਜ਼ਿਆਦਾ ਧਿਆਨ ਤਾਂ ਦਈਏ ਕਿ ਜੇ ਇਹਨੇ ਕਾਇਮ ਰਹਿਣਾ ਹੋਵੇ। ਕੋਈ ਚੀਜ਼ ਜਗਤ ਵਿੱਚ ਸਦਾ ਰਹਿਣ ਵਾਲੀ ਹੋਵੇ ਨਾ, ਤੇ ਉਹਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਕੁਝ ਇਹਦਾ ਵਿਗੜੇ ਨਾ। ਪਰ ਹੁਣ ਸਤਿਗੁਰੂ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਭਗਤ ਜੀ ਕਹਿੰਦੇ ਮੈਂ ਕਿਹਾ ਹੈ ਬੜਾ ਦੁਰਲਭ, ਕਿਉਂਕਿ ਮਿਲਿਆ ਬੜੇ ਲੰਮੇ ਸਮੇਂ ਬਾਅਦ ਹੈ ਨਾ। ਪਰ ਮਿਲਿਆ ਕਾਸ ਵਾਸਤੇ ਹੈ ਭਾਈ? ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਦੇਹ ਤੇਜਣ ਜੀ ਰਾਮ ਉਪਾਈਆ ਰਾਮ। ਇਹ ਦੇਹ ਘੋੜੀ ਹੈ ਪਰ ਮਿਲੀ ਕਾਹਦੇ ਵਾਸਤੇ ਹੈ? ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਮੁਕਤੀ ਦੇ ਦਰਵਾਜ਼ੇ ਤੱਕ ਜਾਣ ਵਾਸਤੇ ਦੇਹੀ ਘੋੜੀ ਮਿਲੀ ਹੈ। ਕਹਿਣ ਲੱਗੇ ਮਿਲੀ ਤਾਂ ਇਹ ਦੇਹੀ ਬੜੀ ਦੁਰਲਭ ਹੈ, ਪਰ ਇਸ ਨੂੰ ਕਦੇ ਕਾਇਮ ਨਾ ਮੰਨੋ, ਇਹ ਥਿਰ ਰਹਿਣ ਵਾਲੀ ਨਹੀਂ ਹੈ। ਸੇਵੋ ਸ੍ਰੀ ਪਤ ਚਰਨ ਸਰੂਜਾ। ਬਸ ਆਪਣੇ ਸਰੀਰ ਦੇ ਨਾਲ ਪਰਮਾਤਮਾ ਦੇ ਚਰਨਾਂ ਦੀ ਸੇਵਾ ਵਿੱਚ ਲੱਗ ਜਾਓ। ਭਾਈ ਗੁਰਦਾਸ ਜੀ ਕਹਿੰਦੇ ਨਾ ਕਿ ਹਸਤ ਸਫਲ ਗੁਰ ਦੇਵ ਸੇਵਕੈ ਸਫਲ, ਚਰਨ ਸਫਲ ਪ੍ਰਦਰਸ਼ਨਾ ਕਰਨ ਕੈ। ਹੱਥਾਂ ਦੀ ਕੀਮਤ ਤਾਂ ਪਵੇਗੀ ਜੇ ਕਿਤੇ ਸੇਵਾ ਦੇ ਵਿੱਚ ਲੱਗ ਜਾਣ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਚਰਨਾਂ ਦੀ ਕੀਮਤ ਪੈ ਜਾਵੇਗੀ। ਜਦੋਂ ਇੱਕ ਕਦਮ ਗੁਰੂ ਵੱਲ ਚੱਲੇਗਾ ਨਾ ਤੇ ਫਿਰ ਕੋਟ ਪੈਂਡਾ ਸਤਿਗੁਰ ਆਗਿਆ ਹੋਏ ਲੇਤ ਹੈ। ਚਰਨਾਂ ਨੂੰ, ਹੱਥਾਂ ਨੂੰ, ਕੰਨਾਂ ਨੂੰ ਬਾਣੀ ਸੁਣ ਕੇ, ਅੱਖਾਂ ਨਾਲ ਦਰਸ਼ਨ ਕਰਕੇ, ਰਸਨਾ ਦੇ ਨਾਲ ਗੁਰਮੰਤਰ ਜਪ ਕੇ ਇਹ ਦੇਹੀ ਨੂੰ ਸਫਲਾ ਕਰ ਲਓ। ਤਜੁ ਹਿਰਦੇ ਤੇ ਮਾਨ ਮਨੋਜਾ। ਤੇ ਆਪਣੇ ਹਿਰਦੇ ਤੋਂ ਹੰਕਾਰ, ਕਾਮ ਆਦਿ ਜਿਹੜੇ ਵਿਕਾਰ ਨੇ ਉਹਨਾਂ ਦਾ ਤਿਆਗ ਕਰ ਦਓ। ਨਿਸ ਦਿਨ ਸਿਮਰੋ ਨਾਮ ਮਹਾਨਾ। ਦਿਨ ਰਾਤ ਉਹ ਪ੍ਰਭੂ ਦਾ ਜਿਹੜਾ ਨਾਮ ਬੜਾ ਮਹਾਨ ਤੇ ਬੜਾ ਕੀਮਤੀ ਹੈ ਨਾ, ਉਹਨੂੰ ਸਿਮਰੋ, ਉਹਨੂੰ ਯਾਦ ਰੱਖੋ। ਸਭ ਸੁਖ ਧਾਮ ਕਰਤ ਕਲਿਆਣਾ। ਜਿਹੜਾ ਪ੍ਰਭੂ ਦਾ ਨਾਮ ਹੈ ਸਾਰੇ ਸੁੱਖਾਂ ਦਾ ਘਰ ਹੈ, ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ। ਤਜਹੁ ਭੋਗ ਹਿਤ ਕਰਨੀ ਉਪਾਈ। ਜਿਹੜੇ ਭੋਗ
ਭੋਗ ਕਰਨ ਵਾਸਤੇ ਤੁਸੀਂ ਯਤਨ ਕਰਦੇ ਹੋ ਨਾ, ਇਹ ਛੱਡ ਦਿਓ। ਬੰਦਾ ਜਿੰਨੇ ਵੀ ਯਤਨ ਕਰ ਰਿਹਾ ਹੈ, ਕਿਉਂਕਿ ਭੋਗ ਕਈ ਤਰ੍ਹਾਂ ਦੇ ਨੇ, ਰਸਨਾ ਰਾਹੀਂ ਖਾਣ ਦੇ ਪਦਾਰਥਾਂ ਦੇ ਭੋਗ ਭੋਗਣੇ, ਨੇਤਰਾਂ ਰਾਹੀਂ ਦੇਖ ਦੇਖ ਕੇ ਭੋਗਣਾ, ਕੰਨਾਂ ਰਾਹੀਂ ਸੋ ਮਾੜੇ ਵਿਚਾਰ ਨੂੰ ਸੁਣ ਕੇ ਇਹ ਭੋਗ ਭੋਗਣੇ, ਇੰਦਰੀਆਂ ਰਾਹੀਂ ਸੁਖ ਭੋਗਣੇ। ਇਸ ਕਰਕੇ ਭੋਗ ਜਿਹੜੇ ਭੋਗਣ ਵਾਸਤੇ ਯਤਨ ਕਰਦੇ ਹੋ ਤੁਸੀਂ ਤਿਆਗ ਦਿਓ। ਇਹ ਸਭ ਜੋਨ ਵਿਖੇ ਕਰ ਆਈ। ਕਿਉਂ ਤਿਆਗ ਦਿਓ? ਕਿਉਂਕਿ ਜਿਹੜੀਆਂ ਪਿੱਛੇ ਜੋਨਾਂ ਭੋਗ ਕੇ ਆਏ ਹੋ ਨਾ, ਉਹਨਾਂ 'ਚ ਵੀ ਤਾਂ ਇਹੋ ਹੀ ਕੰਮ ਕਰਦੇ ਰਹੇ ਹਾਂ, ਉਹਨਾਂ ਵਿੱਚ ਵੀ ਜਾ ਕਰਕੇ ਭੋਗ ਭੋਗੇ ਹਨ। ਸਾਰੀਆਂ ਜੋਨਾਂ 'ਚ ਭੋਗ ਭੋਗੇ ਨੇ, ਹੁਣ ਭੋਗ ਭੋਗਣ ਦੇ ਜਿਹੜੇ ਯਤਨ ਨੇ ਉਹ ਛੱਡ ਦਿਓ। ਸ਼ੂਕਰ ਸਵਾਨ ਆਦ ਪਸ ਜੇਊ। ਜਿਹੜਾ ਸੂਰ ਸੀ, ਕੁੱਤਾ ਸੀ, ਹੋਰ ਜਿਹੜੇ ਇਤਿਆਦਿਕ ਪਸ਼ੂ ਸਨ, ਉਹਨਾਂ ਨੇ ਕਿਹੜਾ ਕਿਤੋਂ ਸਿੱਖਿਆ ਲਈ ਹੈ? ਉਹ ਵੀ ਰਸਨਾ ਰਾਹੀਂ, ਜੀਭਾ ਰਾਹੀਂ, ਕੰਨਾਂ ਰਾਹੀਂ, ਇੰਦਰੀਆਂ ਰਾਹੀਂ ਵਿਕਾਰ ਭੋਗ ਰਹੇ ਨੇ। ਤੇ ਇਹ ਜਿਹੜੇ ਭੋਗ ਨੇ ਉਹਨਾਂ ਜੋਨਾਂ ਵਿੱਚ ਵੀ ਭੋਗ ਆਏ ਹਾਂ। ਕਰਮਾਂ ਅਧੀਨ ਪਾਏ ਸਭ ਤੇਊ। ਹੁਣ ਕਰਮਾਂ ਦੇ ਅਧੀਨ ਹੋ ਕਰਕੇ ਇਹ ਸਾਰੇ ਸੁੱਖ ਜਿਹੜੇ ਸਨ ਇਹ ਭੋਗ ਪਾ ਲਏ ਹਨ। ਇੰਦਰੀ ਸੁਖ ਪਾਇਤ ਸਭ ਠੌਰਾ। ਇਹ ਸਾਰੀਆਂ ਜੂਨਾਂ ਦੇ ਵਿੱਚ ਇੰਦਰੀਆਂ ਦੇ ਸੁੱਖ ਜਿਹੜੇ ਨੇ ਉਹ ਮਾਣ ਲਏ ਹਨ। ਬਿਨ ਪ੍ਰਯਾਸ ਖਗਿਆਤ ਜੀ ਔਰਾ। ਬਿਨਾਂ ਯਤਨ ਤੋਂ ਜਿਹੜੇ ਪੰਛੀ ਹਨ, ਜਾਨਵਰ ਨੇ, ਤਾਂ ਕੋਈ ਯਤਨ ਨਹੀਂ ਨਾ ਕਰਦੇ ਬਹੁਤੇ। ਬੰਦਾ ਤੇ ਕਈ ਯਤਨ ਕਰਦਾ ਹੈ ਵਿਕਾਰਾਂ ਨੂੰ ਭੋਗਣ ਦੇ, ਪਰ ਜਿਹੜੇ ਪੰਛੀ ਨੇ, ਪਸ਼ੂ ਨੇ, ਇਹ ਕਿਹੜਾ ਕੋਈ ਬਹੁਤਾ ਯਤਨ ਕਰਦੇ ਨੇ, ਪਰ ਉਹ ਵੀ ਭੋਗ ਭੋਗ ਰਹੇ ਹਨ। ਬਿਨ ਸ਼ੰਕਾ ਤੇ ਬਾਸੁਰ ਰਾਤੀ। ਬਿਨਾਂ ਸ਼ੰਕਾ ਤੋਂ ਦਿਨ ਰਾਤ ਉਹ ਵਿਕਾਰਾਂ ਵਿੱਚ ਲੱਗੇ ਹਨ। ਕਾਮ ਚੇਸ਼ਟਾ ਕਰਤ ਸੁਹਾਤੀ। ਤੇ ਕਾਮ ਨੂੰ ਬਹੁਤ ਸੁਖਦਾਇਕ ਮਨ ਕਰਕੇ ਭੋਗ ਰਹੇ ਨੇ। ਈ ਤਨ ਭਜਨ ਹੇਤ ਹੈ ਦੀਨੋ। ਪਰ ਇਹ ਜਿਹੜਾ ਸਰੀਰ ਹੁਣ ਮਨੁੱਖਾ ਦੇ ਹੀ ਮਿਲੀ ਹੈ ਨਾ, ਇਹ ਮਿਲੀ ਹੈ ਪ੍ਰਭੂ ਦਾ ਭਜਨ ਕਰਨ ਵਾਸਤੇ, ਸਿਮਰਨ ਕਰਨ ਵਾਸਤੇ। ਕਿਉਂਕਿ ਜਿਹੜਾ ਪਸ਼ੂ ਜੂਨ ਹੈ ਉਹਨਾਂ ਵਿੱਚ ਵੀ ਉਹ ਖਾਂਦੇ ਨੇ, ਡਰ ਜਾਂਦੇ ਹਨ, ਸੌਂਦੇ ਹਨ, ਵਿਕਾਰ ਭੋਗਦੇ ਨੇ। ਤੇ ਜੇ ਮਨੁੱਖ ਵੀ ਕਵੇ ਕਿ ਇਸੇ ਲਈ ਮੈਨੂੰ ਦੇਹੀ ਮਿਲੀ ਹੈ, ਤੇ ਬੰਦੇ 'ਚ ਪਸ਼ੂ 'ਚ ਫਰਕ ਕੀ ਹੈ? ਬੰਦਾ ਵੀ ਖਾਂਦਾ ਹੈ, ਸੌਂਦਾ ਹੈ, ਵਿਕਾਰਾਂ ਵਿੱਚ ਲੱਗਾ ਹੈ ਤੇ ਸੌਂ ਜਾਂਦਾ ਹੈ। ਪਰ ਹੁਣ ਪਸ਼ੂ ਦੇ ਵਿੱਚ ਤਾਂ ਬੰਦੇ 'ਚ ਅੰਤਰ ਕੀ ਹੈ? ਗਿਆਨ ਨਰਨ ਨਿਜ ਅਦਕਤਾ ਤਾਂ ਤੇ ਨਰਨ ਉਦਾਰ। ਬੰਦੇ ਨੂੰ ਕਿਉਂ ਕਿਹਾ ਜਾਂਦਾ ਹੈ ਕਿ ਬਹੁਤ ਮਨੁੱਖਾ ਦੇ ਹੀ ਕੀਮਤੀ ਹੈ? ਕਿਉਂਕਿ ਇਹਦੇ ਕੋਲ ਗਿਆਨ ਹੈ। ਗਿਆਨ ਕਿਹੜਾ? ਪ੍ਰਭੂ ਦੀ ਪ੍ਰਾਪਤੀ ਵਾਲਾ ਗਿਆਨ ਜਿਹੜਾ ਉਹ ਮਨੁੱਖ ਨੂੰ ਦਿੱਤਾ ਹੈ। ਇਸ ਕਰਕੇ ਪ੍ਰਭੂ ਦਾ ਭਜਨ ਕਰਨ ਵਾਸਤੇ ਸਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਜਿਹੜੀ ਦੇਹੀ ਹੈ ਪ੍ਰਭੂ ਦਾ ਭਜਨ ਕਰਨ ਵਾਸਤੇ ਮਿਲੀ ਹੈ। ਤੇ ਜੇ ਕਹਿੰਦੇ ਵਿਕਾਰ ਭੋਗਣ ਲਈ ਮਿਲੀ ਹੈ, ਉਹ ਤਾਂ ਪਸ਼ੂ ਵੀ ਭੋਗ ਰਹੇ ਨੇ। ਇਸ ਲਈ ਸਮਝਣਾ ਕਰੋ, ਇਹ ਦੇਹੀ ਮਿਲੀ ਹੈ ਪ੍ਰਭੂ ਦਾ ਭਜਨ ਸਿਮਰਨ ਕਰਨ ਦੇ ਲਈ। ਬਾਦ ਨ ਖੋਵ ਸੁਨੋ ਪਰ ਬੀਨੋ। ਸਿਆਣਿਓ, ਸਿਆਣੇ ਬਣੋ, ਚਤੁਰ ਬਣੋ। ਉਦਾਂ ਤੇ ਗੱਲਾਂ ਕਰਨ ਵਿੱਚ ਬੜੇ ਸਿਆਣੇ ਹੋ, ਕਿਸੇ ਨੂੰ ਕੁਝ ਕਹਿਣ ਨਹੀਂ ਦਿੰਦੇ, ਪਰ ਇੰਨੇ ਸਿਆਣੇ ਬਣੋ, ਇਹ ਸਮਝੋ ਕਿ ਦੇਹੀ ਮਿਲੀ ਕਿਉਂ ਹੈ? ਭਜਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਸੇਵਾ ਕਰਨ ਵਾਸਤੇ। ਇਸ ਕਰਕੇ ਗੱਲ ਸਮਝ ਜਾਵੋ। ਜਿਉ ਬਿਨ ਮੰਗੇ ਤੇ ਦੁਖ ਆਵੇ। ਇਸ ਤਰ੍ਹਾਂ ਦੁੱਖ ਕਦੇ ਕੋਈ ਮੰਗਦਾ ਹੈ, ਪਰ ਬਿਨਾਂ ਮੰਗਿਆਂ ਹੀ ਬੰਦੇ ਨੂੰ ਦੁੱਖ ਮਿਲ ਜਾਂਦੇ ਨੇ ਕਰਮਾਂ ਅਨੁਸਾਰ। ਤਿਉ ਹੀ ਯਤਨ ਬਿਨਾ ਸੁਖ ਪਾਵੇ। ਇਸੇ ਤਰ੍ਹਾਂ ਬਿਨਾਂ ਯਤਨ ਤੋਂ ਹੀ ਸਾਰੇ ਸੁੱਖ ਪਾ ਲਈਦੇ ਨੇ। ਸੁੱਖ ਪ੍ਰਾਪਤ ਕਰਨ ਵਾਸਤੇ ਯਤਨ ਨਹੀਂ ਕਰਨੇ ਪੈਂਦੇ। ਬੰਦਾ ਸੁੱਖ ਦੀ ਪ੍ਰਾਪਤੀ ਲਈ ਦੌੜ ਰਿਹਾ ਹੈ ਨਾ, ਕਿੰਨੇ ਯਤਨ ਕਰਦਾ ਹੈ, ਕਿੰਨੇ ਕਿੰਨੇ ਸਾਲ ਲੰਘ ਗਏ ਯਤਨ ਕਰਦੇ ਆ ਕਿ ਅਸੀਂ ਸੁਖੀ ਹੋ ਜਾਈਏ, ਪਰ ਸੁੱਖ ਹਲੇ ਵੀ ਨਹੀਂ। ਕਿਉਂਕਿ ਕੋਈ ਨਾ ਕੋਈ ਦੁੱਖ ਤਾਂ ਬੰਦੇ ਦੇ ਨਾਲ ਚੱਲ ਹੀ ਰਿਹਾ ਹੈ। ਦੁੱਖ ਦਾਰੂ ਸੁੱਖ ਰੋਗ ਭਇਆ। ਮਹਾਰਾਜ ਜੀ ਕਹਿੰਦੇ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਸ ਤਰ੍ਹਾਂ ਕੱਪੜੇ ਬੰਦਾ ਪਾਉਂਦਾ ਹੈ, ਉਤਾਰਦਾ ਹੈ, ਪਾਉਂਦਾ ਹੈ, ਫਿਰ ਉਤਾਰਦਾ, ਇਸੇ ਤਰ੍ਹਾਂ ਦੁੱਖ ਸੁੱਖ ਤਾਂ ਸਰੀਰ ਦੇ ਕੱਪੜੇ ਨੇ। ਪਰ ਹੁਣ ਜਿਸ ਤਰ੍ਹਾਂ ਕੋਈ ਯਤਨ ਨਹੀਂ ਕੀਤਾ ਤੇ ਜੀਵਨ ਵਿੱਚ ਦੁੱਖ ਆ ਗਏ, ਇਸੇ ਤਰ੍ਹਾਂ ਬਿਨਾਂ ਯਤਨ ਨਿਰਯਤਨ ਤੁਹਾਨੂੰ ਸੁੱਖ ਮਿਲ ਸਕਦਾ ਹੈ। ਪਰ ਇੱਕ ਯਤਨ ਕਰੋ ਕਿ ਪ੍ਰਭੂ ਦੀ ਭਗਤੀ ਵਿੱਚ ਲੱਗੋ, ਸਿਮਰਨ ਵਿੱਚ ਲੱਗੋ, ਬੰਦਗੀ ਵਿੱਚ ਲੱਗ ਜਾਓ, ਫਿਰ ਆਪੇ ਹੀ ਸਾਰੇ ਸੁੱਖ ਝੋਲੀ ਚ ਆ ਜਾਣਗੇ। ਤਾਂ ਤੇ ਭੋਗਨ ਹੇਤੀ ਉਪਾਉ। ਇਸ ਲਈ ਭੋਗਾਂ ਦੇ ਵਾਸਤੇ ਉਪਾਅ ਯਤਨ ਨਾ ਕਰੋ। ਕਰੀਏ ਨਹੀਂ ਕਦਾਚਿਤ ਕਾਉ। ਕਦਾਚਿਤ ਕਦੇ ਵਾਸਤੇ ਵੀ ਐਸੇ ਯਤਨ ਤੁਸੀਂ ਨਾ ਕਰੋ। ਜਬਲੋ ਮ੍ਰਿਤ ਨਾ ਹੋਏ ਸਰੀਰਾ। ਜਿੰਨਾ ਚਿਰ ਤੱਕ ਇਹ ਸਰੀਰ ਨੂੰ ਮੌਤ ਨਹੀਂ ਆਉਂਦੀ, ਤਬਲੋ ਸਿਮਰੁ ਗੁਣੀ ਗਹੀਰਾ। ਉਹਨਾਂ ਚਿਰ ਤੱਕ ਉਹ ਗੁਣਾਂ ਦਾ ਗਹੀਰ ਸਮੁੰਦਰ ਜੋ ਹੈ, ਪਰਮਾਤਮਾ ਜੋ ਹੈ ਨਾ, ਉਹਦਾ ਸਿਮਰਨ ਕਰੋ। ਜਿੰਨਾ ਚਿਰ ਤੱਕ ਇਹ ਦੇਹੀ ਮਿਲੀ ਹੈ। ਪਰ ਬੰਦਾ ਕਹਿੰਦਾ ਕਿ ਹਲੇ ਬੜੇ ਕਾਰ ਵਿਹਾਰ ਕਰਨ ਵਾਲੇ ਨੇ, ਹਲੇ ਬੜਾ ਸਮਾਂ ਪਿਆ ਹੈ,
ਫਿਰ ਜਾ ਕੇ ਕਿਤੇ ਬੁਢੇਪੇ ਵਿੱਚ ਜਾ ਕੇ ਕੋਈ ਸਿਮਰਨ ਭਜਨ ਬੰਦਗੀ ਸੰਗਤ ਕਰ ਲਵਾਂਗੇ। ਪਰ ਮਹਾਰਾਜ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਨ ਕਿ ਇਹ ਜਿਹੜੀ ਮਨੁੱਖਾ ਦੇ ਹੀ ਮਿਲੀ ਹੈ ਨਾ, ਮਹਾਰਾਜ ਕਹਿੰਦੇ ਤਾਂ ਇੱਕ ਖੇਤੀ ਦੀ ਤਰ੍ਹਾਂ ਹੈ, ਉਹ ਪਰਮਾਤਮਾ ਦੀ ਮੌਜ ਹੈ, ਕਦੋਂ ਉਹ ਵੱਢ ਲਵੇ। ਕਾਚੀ ਪਾਕੀ ਬਾੜ ਪਰਾਨੀ, ਕੱਚੀ ਵੱਢ ਲੈ ਪੱਕੀ ਵੱਢ ਲੈ, ਕੋਈ ਸਮਾਂ ਥੋੜ੍ਹਾ ਲਿਖਾ ਕੇ ਆਇਆ ਹੈ ਕਿ ਮੈਂ ਬੁਢੇਪੇ 'ਚ ਹੀ ਜਾਣਾ। ਪਰ ਜੇ ਕੋਈ ਕਵੇ ਕਿ ਬੁਢੇਪੇ 'ਚ ਜਾ ਕੇ ਸਿਮਰਨ ਕਰਾਂਗੇ ਸੰਗਤ ਕਰਾਂਗੇ, ਤੇ ਭਗਤ ਜੀ ਦੇ ਬਚਨ ਪੜ੍ਹਦੇ ਹਾਂ, ਨੈਨਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਸ਼ਬਦ ਕੰਠ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਹੁਣ ਕੀ ਕਰੇਗਾ, ਨੇਤਰਾਂ ਚੋਂ ਜਲ ਵਹਿਣ ਲੱਗ ਪਿਆ, ਕੰਨਾਂ ਚੋਂ ਤਾਂ ਚੰਗੀ ਤਰ੍ਹਾਂ ਸੁਣਦਾ ਹੀ ਨਹੀਂ, ਮੁੱਖੋਂ ਜੇ ਵਾਹਿਗੁਰੂ ਕਹਿੰਦੇ ਆ ਤੇ ਉਹ ਵੀ ਨਹੀਂ ਨਿਕਲਦਾ, ਪੈਰ ਵੀ ਕੰਬਦੇ ਨੇ, ਹੱਥੀਂ ਸੇਵਾ ਨਹੀਂ ਕੀਤੀ ਜਾ ਰਹੀ। ਤੇ ਹੁਣ ਕਹਿੰਦਾ ਸੀ ਕਿ ਬੁਢੇਪੇ 'ਚ ਜਾ ਕੇ ਕੁਝ ਕਰ ਲਵਾਂ। ਜੇ ਬਚਪਨ 'ਚ ਨਹੀਂ ਕੀਤਾ, ਜਵਾਨੀ 'ਚ ਸੰਗਤ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਨਿਤਨੇਮ ਨਹੀਂ ਕੀਤਾ, ਤੇ ਬੁਢੇਪੇ 'ਚ ਜਾ ਕੇ ਵੀ ਤੇ ਫਿਰ ਬੋੜਾਂ ਦੀ ਛਾਵਾਂ ਹੇਠ ਬਹਿ ਕੇ ਤਾਸ਼ ਦੇ ਪੱਤੇ ਕੁੱਟਦੇ ਹੀ ਦੇਖੀ ਦੇ ਨੇ ਨਾ। ਪਤਾ ਤੇ ਲੱਗ ਹੀ ਜਾਂਦਾ ਹੈ ਕਿ ਅੱਗਾ ਨੇੜ ਆਇਆ ਪਿੱਛਾ ਰਿਹਾ ਦੂਰ, ਪਰ ਉਦੋਂ ਵੀ ਮਨ ਨਹੀਂ ਸਮਝਦਾ ਜੇ ਪਹਿਲਾਂ ਮਨ ਨੂੰ ਨਹੀਂ ਸਮਝਾਇਆ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਕਿ ਤੁਸੀਂ ਹੁਣ ਇਹੋ ਯਤਨ ਕਰੋ, ਜਿੰਨਾ ਚਿਰ ਤੱਕ ਇਹ ਦੇਹੀ ਮਿਲੀ ਹੈ ਉਹਨਾਂ ਚਿਰ ਤੱਕ ਪ੍ਰਭੂ ਦਾ ਸਿਮਰਨ ਕਰੋ, ਬੰਦਗੀ ਕਰੋ। ਸੁਨਹੁ ਆਰ ਬਲ ਬੀਤੇ ਜੇ ਹੋਤੇ, ਹੁਣ ਸੁਣੋ ਕਿ ਇਹ ਆਰ ਬਲਾ, ਇਹ ਉਮਰ ਕਿਸ ਤਰ੍ਹਾਂ ਬੀਤ ਰਹੀ ਹੈ। ਅਰਧ ਜਾਨ ਨਿੰਦਰਾ ਬਸ ਸੋਤੇ, ਅੱਧੀ ਉਮਰ ਤਾਂ ਬੰਦਾ ਸੌਂ ਕੇ ਬਤੀਤ ਕਰ ਲੈਂਦਾ ਹੈ। ਇਸੇ ਤਰ੍ਹਾਂ ਹੈ ਨਾ, ਕਈਆਂ ਦਾ ਸੌਣ ਦਾ ਸਮਾਂ ਹੀ 14 15 ਘੰਟੇ। ਹੈਰਾਨ ਹੋ ਜਾਈਦਾ ਸੁਣ ਕੇ। ਭਾਈ ਵੀਰ ਸਿੰਘ ਜੀ ਨੇ ਤਾਂ ਲਿਖਿਆ ਕਿ ਚਲੋ ਇਸ ਸਰੀਰ ਦਾ ਇੱਕ ਧਰਮ ਹੈ ਕਿ ਇਹਨੂੰ ਨਿੰਦਰਾ ਜ਼ਰੂਰੀ ਹੈ, ਤੇ ਬੰਦਗੀ ਕਰਨ ਵਾਲੇ ਉਹ ਤਾਂ ਮਹਾਂਪੁਰਖਾਂ ਦੀ ਅਵਸਥਾ ਹੈ ਕਿ ਉਹ ਨਾ ਵੀ ਸੌਣ, ਪਰ 6 ਘੰਟੇ ਨੀਂਦ ਲਿਖੀ ਹੈ। ਪਰ ਕਈ ਤਾਂ 12 13 ਘੰਟੇ ਵੀ ਸੌਂ ਕੇ ਨਹੀਂ ਰੱਜਦੇ। ਭਗਤ ਜੀ ਕਹਿੰਦੇ ਨੇ ਸੁਣੋ ਉਮਰ ਬੀਤ ਕਿਸ ਤਰ੍ਹਾਂ ਰਹੀ ਹੈ। ਅੱਧੀ ਉਮਰ ਤਾਂ ਬੰਦਾ ਸੌਂ ਕੇ ਬਤੀਤ ਕਰ ਲੈਂਦਾ ਹੈ। ਬਾਲਿਕ ਮੁਗਧ ਬੁੱਧ ਮਹਿ ਕੀਤੀ, ਤੇ ਜਦੋਂ ਬਚਪਨਾ ਹੁੰਦਾ ਹੈ ਉਦੋਂ ਵੀ ਬੱਚੇ ਨੂੰ ਕੋਈ ਸੋਝੀ ਨਹੀਂ ਹੁੰਦੀ, ਤੇ ਕਿੰਨੀ ਉਮਰ ਜਿਹੜੀ ਹੈ ਉਹ ਬਿਨਾਂ ਸੋਝੀ ਤੋਂ ਬਤੀਤ ਕਰ ਲੈਂਦਾ ਹੈ। ਸੁਧ ਬਹੀਨ ਬੀਤ ਸਭ ਤੇਤੀ, ਸੁਧ ਤੋਂ ਬਿਨਾਂ ਖਬਰ ਤੋਂ ਬਿਨਾਂ ਉਮਰ ਬੀਤ ਜਾਂਦੀ ਹੈ। ਭਇਓ ਤਰੁਣ ਤਰੁਣੀ ਜਬ ਜੀਤਾ, ਜਦ ਜਵਾਨ ਹੁੰਦਾ ਹੈ ਤੇ ਫਿਰ ਇਸਤਰੀ ਜਿਹੜੀ ਹੈ ਉਹਨੂੰ ਜਿੱਤ ਲੈਂਦੀ ਹੈ ਤੇ ਉਹਦੇ ਪ੍ਰੇਮ ਦੇ ਵਿੱਚ ਪੈ ਜਾਂਦਾ ਹੈ। ਦਰਬ ਕਮਾਵਨ ਚਿੰਤਾ ਚੀਤਾ, ਜਦੋਂ ਵਿਆਹਿਆ ਜਾਂਦਾ ਹੈ ਤੇ ਧਨ ਕਮਾਉਣ ਦੀ ਚਿੰਤਾ ਲੱਗ ਜਾਂਦੀ ਹੈ ਕਿ ਹੁਣ ਘਰ ਦੇ ਕਾਰ ਵਿਹਾਰ ਕਿਸ ਤਰ੍ਹਾਂ ਚੱਲਣਗੇ। ਉਹਦੇ ਵਿੱਚ ਮਨ ਜਿਹੜਾ ਫਸ ਜਾਂਦਾ ਹੈ, ਉਹਦੇ ਵਿੱਚ ਮਨ ਚਿੰਤਤ ਹੋਇਆ ਰਹਿੰਦਾ ਹੈ। ਜਰਾ ਗ੍ਰਸਤ ਬਹੁ ਰੂਪਾ ਪ੍ਰਾਨੀ, ਫਿਰ ਬੰਦੇ ਨੂੰ ਬੁਢੇਪਾ ਜਿਹੜਾ ਹੈ ਉਹ ਗ੍ਰਸ ਲੈਂਦਾ ਹੈ, ਸਰੀਰ ਨੂੰ ਬੁਢੇਪਾ ਸਰੀਰ ਤੇ ਆ ਜਾਂਦਾ ਹੈ। ਇੰਦਰੀ ਸਥਲ ਸੁਮਤ ਬਿਕੁਲਾਨੀ, ਫਿਰ ਬੁਢੇਪੇ 'ਚ ਜਾ ਕੇ ਇੰਦਰੇ ਕਮਜ਼ੋਰ ਹੋ ਜਾਂਦੇ ਨੇ ਤੇ ਸਰੀਰ ਜਿਹੜਾ ਹੈ ਉਹ ਵੀ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਗ੍ਰਿਹਾ ਸ਼ਕਤ ਮੈਂ ਮੋਹ ਵਿਸਾਲਾ, ਬਸ ਪਰਿਵਾਰ ਦੇ ਵਿੱਚ ਗ੍ਰਸਤ ਦੇ ਜੀਵਨ ਵਿੱਚ ਫਸਿਆ ਹੋਇਆ ਇੰਨੀ ਸ਼ਕਤੀ ਹੈ ਇੱਥੇ ਕਿ ਮੋਹ ਦੇ ਵਿੱਚ ਹੀ ਸਾਰੀ ਉਮਰ ਫਸਿਆ ਰਹਿੰਦਾ ਹੈ। ਬਚਪਨ ਵਿੱਚ ਅਚੇਤ ਸੀ, ਸੋਝੀ ਕੋਈ ਨਹੀਂ ਸੀ, ਬੰਦਗੀ ਕਰਨੀ ਹੈ, ਭਜਨ ਕਰਨਾ ਹੈ, ਸਿਮਰਨ ਕਰਨਾ ਹੈ, ਚਲੋ ਵੱਖਰੀ ਗੱਲ ਹੈ। ਜਿਹੜੇ ਰਹਿਤਨਾਮੇ ਦੇ ਬੋਲ ਨੇ, ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੈ ਅਪਾਰ, ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਬਾਰ। ਮਾਂ ਬਾਪ ਆਪ ਵੀ ਉੱਠਣ, ਬੱਚੇ ਨੂੰ ਵੀ ਬਿਠਾਉਣ ਤੇ ਆਸੀਆਂ ਰੂਹਾਂ ਹਨ। ਦੇਖੀਦਾ ਹੈ ਕਿ ਉਹ ਆਪ ਹੀ ਬੱਚੇ ਆਪ ਜਿਹੜੇ ਗੁਰਮੰਤਰ ਜਪ ਰਹੇ ਨੇ ਉਹਨਾਂ ਦੇ ਬੱਚੇ ਵੀ ਵਾਹਿਗੁਰੂ ਵਾਹਿਗੁਰੂ ਕਰ ਰਹੇ, ਤੇ ਜਿਹੜੇ ਆਪ ਨਚਾਰ ਬਣੇ ਨੇ ਉਹ ਮਾਂ ਬਾਪ ਵੱਲ ਦੇਖ ਕਰਕੇ ਬੱਚੇ ਵੀ ਨਚਾਰ ਬਣ ਗਏ। ਪਰ ਕਹਿਣ ਲੱਗੇ ਅੱਧੀ ਉਮਰ ਤਾਂ ਅਚੇਤ ਹੀ ਬਤੀਤ ਹੋ ਗਈ, ਸੋਝੀ ਕੋਈ ਨਹੀਂ ਸੀ, ਅੱਧੀ ਸੌਂ ਕੇ ਬਤੀਤ ਕਰ ਦਿੱਤੀ। ਫਿਰ ਜਦ ਵਿਆਹ ਦੇ ਵਿੱਚ ਵਿਆਹਿਆ ਗਿਆ, ਫਿਰ ਧਨ ਲਿਆਉਣ ਦੇ ਵਿੱਚ ਬੰਦਾ ਚਿੰਤਾ ਦੇ ਵਿੱਚ ਪਿਆ ਰਹਿੰਦਾ ਹੈ। ਫਿਰ ਬੁਢੇਪਾ ਗ੍ਰਸ ਲੈਂਦਾ, ਇੰਦਰੇ ਕਮਜ਼ੋਰ ਹੋ ਜਾਂਦੇ ਨੇ, ਜਿਹੜੇ ਕਾਰਜ ਵਾਸਤੇ ਆਇਆ ਸੀ ਉਹ ਕੰਮ ਤਾਂ ਕੀਤਾ ਹੀ ਨਹੀਂ। ਓਖਨ ਕੁਟੰਬ ਬਿਤਾਇਓ ਕਾਲਾ, ਪਰਿਵਾਰ ਨੂੰ ਪਾਲਣ ਵਿੱਚ ਹੀ ਸਾਰਾ ਸਮਾਂ ਬਤੀਤ ਕਰ ਦਿੱਤਾ ਹੈ। ਰਾਜਸਨੇ ਪਰਿਵਾਰ ਬੰਧਾਨਾ, ਪਰਿਵਾਰ ਦੇ ਮੋਹ ਦੇ ਵਿੱਚ ਇਸ ਤਰ੍ਹਾਂ ਵੱਜਿਆ ਜਿਸ ਤਰ੍ਹਾਂ ਕਿਸੇ ਰੱਸੀ ਦੇ ਨਾਲ ਇਹਨੂੰ ਬੰਨਿਆ ਹੋਇਆ ਹੋਵੇ। ਛੁਟਨੋ ਕਠਿਨ ਬਿਨਾ ਗੁਰ ਗਿਆਨਾ, ਜਿੰਨਾ ਚਿਰ ਗੁਰੂ ਕੋਲ ਆ ਕੇ ਬੈਠਦਾ ਨਹੀਂ ਨਾ ਉਹਨਾਂ ਚਿਰ ਇਹ ਮੋਹ ਤੋਂ ਛੁੱਟ ਨਹੀਂ ਸਕਦਾ। ਮਹਾਰਾਜ ਜੀ ਨੇ ਬੜੇ ਸੁਖੈਨ ਤਰੀਕੇ ਨਾਲ ਸਮਝਾ ਦਿੱਤਾ ਸੀ ਕਿ ਪਰਿਵਾਰ ਵਿੱਚ ਵੀ ਰਵੇਂ, ਪਰ ਪਰਿਵਾਰ ਵਿੱਚ ਰਹਿ ਕੇ ਵੀ ਤੂੰ ਮੁਕਤ ਹੋ ਸਕਦਾ ਹੈ। ਸਤਿਗੁਰ ਕੀ ਇਹ ਮਤ ਗੁਰੂ ਜੀ ਨੇ ਦਿੱਤੀ ਹੈ, ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ। ਗੁਰੂ ਜੀ ਨੇ ਸਿੱਖਿਆ ਦਿੱਤੀ ਸੀ ਕਿ ਪੁੱਤਰਾਂ ਦੇ ਵਿੱਚ, ਪਰਿਵਾਰ ਵਿੱਚ, ਇਸਤਰੀ ਵਿੱਚ ਰਹਿ ਕੇ, ਗ੍ਰਸਤ ਜੀਵਨ ਵਿੱਚ ਰਹਿ ਕੇ ਤੇਰੀ ਕਲਿਆਣ ਹੋ ਸਕਦੀ। ਸੁਰਤ ਕਰਕੇ ਜੇ ਤੂੰ ਜੁੜਿਆ ਰਹੇ ਭਗਤੀ ਵਿੱਚ, ਸਿਮਰਨ ਵਿੱਚ, ਪ੍ਰਭੂ ਨੂੰ ਚੇਤੇ ਰੱਖੇ, ਹਾਥ ਪਾਉ ਕਰ ਕਾਮ ਸਭ
ਚੀਤ ਨਿਰੰਜਨ ਨਾਲ। ਕਹਿਣ ਲੱਗੇ ਇਸ ਤਰ੍ਹਾਂ ਸਾਰੀ ਉਮਰ ਬਤੀਤ ਕਰ ਦਿੱਤੀ, ਮੋਹ ਦੇ ਵਿੱਚ ਵੱਜਿਆ ਹੋਇਆਂ ਨੇ। ਪ੍ਰਭ ਕਰੁਣਾ ਤੇ ਹੋਈ ਵਿਰਾਗਾ। ਹੁਣ ਜੇ ਇਹ ਛੁੱਟੇਗਾ ਤਾਂ ਜੇ ਗੁਰੂ ਕੋਲ ਆ ਕੇ ਬੈਠੇਗਾ ਤੇ ਗਿਆਨ ਸਰਵਣ ਕਰੇਗਾ, ਗੁਰੂ ਦਾ ਦਿੱਤਾ ਹੋਇਆ। ਪ੍ਰਭ ਕਰੁਣਾ ਤੇ ਹੋਏ ਵਿਰਾਗਾ। ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ ਤੇ ਮਨ ਵਿਰਾਗੀ ਹੋ ਜਾਂਦਾ ਹੈ। ਮੋਹ ਕੁਟੰਬਹਿ ਕਰਹਿ ਤਿਆਗਾ। ਹੁਣ ਰਹਿੰਦਾ ਪਰਿਵਾਰ ਵਿੱਚ ਹੀ ਹੈ, ਪਰ ਅੰਦਰੋਂ ਵਿਰਾਗ ਉਤਪਨ ਹੋਣ ਕਰਕੇ ਜਿਹੜਾ ਮੋਹ ਸੀ ਨਾ ਉਹਨੂੰ ਤਿਆਗ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਮੋਹ ਇਸ ਤਰ੍ਹਾਂ ਦੀ ਦਲਦਲ ਹੈ, ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾਂ ਤਹਿ ਡੂਬੀ ਅਲੇ। ਸਾਡੇ ਦੇਖਦਿਆਂ ਦੇਖਦਿਆਂ ਵੱਡੇ ਵੱਡੇ ਕਹਿਣ ਕਹਾਉਣ ਵਾਲੇ ਇਹ ਮੋਹ ਦੀ ਦਲਦਲ ਦੇ ਵਿੱਚ ਡੁੱਬ ਗਏ। ਮਹਾਰਾਜ ਕਹਿੰਦੇ, ਭਗਤ ਜੀ ਕਹਿੰਦੇ ਤਾਂ ਬਚ ਸਕਦਾ ਜੇ ਗੁਰੂ ਕੋਲ ਆ ਕੇ ਗਿਆਨ ਸਰਵਣ ਕਰੇ, ਪ੍ਰਭੂ ਦੀ ਕਿਰਪਾ ਦੇ ਨਾਲ ਮਨ ਬੈਰਾਗੀ ਹੋ ਜਾਵੇ। ਜਗਤ ਅਸਾਰ ਜਾਣ ਕਰ ਸਭ ਹੀ। ਜਦੋਂ ਮਨ ਵਿੱਚ ਬੈਰਾਗ ਪੈਦਾ ਹੁੰਦਾ ਹੈ ਨਾ ਤੇ ਫਿਰ ਇਹ ਸੰਸਾਰ ਸਾਰਾ ਨਾਸ਼ਵੰਤ ਜਾਣ ਲੈਂਦਾ ਹੈ। ਗੁਰੂ ਉਪਦੇਸ਼ ਗਹਿ ਦਿੜ ਤਬ ਹੀ। ਤੇ ਗੁਰੂ ਦਾ ਉਪਦੇਸ਼ ਜਿਹੜਾ ਆਪਣੇ ਮਨ ਵਿੱਚ ਦ੍ਰਿੜ ਕਰ ਲੈਂਦਾ ਹੈ। ਆਤਮ ਪੂਰਨ ਜੈ ਕਹਿ ਦੀਖੀ। ਜਦੋਂ ਗੁਰੂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ ਫਿਰ ਜਿੱਥੇ ਕਿਤੇ ਦਿਖਦਾ ਉਹ ਪ੍ਰਭੂ ਦਾ ਹੀ ਸਰੂਪ ਦਿਖਦਾ। ਹੁਣ ਜਿੱਥੇ ਦੇਖਦੇ ਆ ਅੰਦਰ ਬਾਹਰ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹਿਰਦੇ ਘਰ ਵਿੱਚ ਬਾਹਰ ਜਾਈਏ ਜਿੱਥੇ ਜਾਣੇ ਹੁਣ ਉਹਦਾ ਹੀ ਇੱਕ ਸਰੂਪ ਦਿਸਦਾ ਹੈ। ਨਿਜ ਸਰੂਪ ਕੋ ਲਖਿ ਵਿਸ਼ੇਖੀ। ਦਿਸਿਆ ਕਦੋਂ? ਜਦੋਂ ਆਪਣੇ ਸਰੂਪ ਨੂੰ ਵਿਸ਼ੇਸ਼ ਕਰਕੇ ਜਾਣ ਲਿਆ। ਇਹ ਨਹੀਂ ਜਾਣਿਆ ਕਿ ਕੇਵਲ ਦੇਹੀ ਮਿਲੀ ਹੈ, ਵਿਕਾਰਾਂ ਨੂੰ ਭੋਗਣ ਕਰਕੇ ਖਾਣ ਪੀਣ ਕਰਕੇ ਸਰੂਪ ਨਹੀਂ ਹੈ। ਜਿਹਨੇ ਸਰੂਪ ਜਾਣ ਲਿਆ ਕਿ ਮੇਰਾ ਆਤਮ ਸਰੂਪ ਹੀ ਅਸਲ ਵਿੱਚ ਸੱਚ ਸਰੂਪ ਹੈ, ਜਿਹਨੇ ਉਹਨੂੰ ਜਾਣਿਆ ਉਹਨੂੰ ਸਾਰੀ ਥਾਵਾਂ ਤੇ ਇੱਕ ਪ੍ਰਭੂ ਹੀ ਨਜ਼ਰ ਆਇਆ ਹੈ। ਮਨ ਕੀ ਬਿਰਤ ਟਿਕੇ ਸੁਖ ਰਾਸਾ। ਫਿਰ ਮਨ ਦੀ ਬਿਰਤੀ ਟਿਕਣ ਕਰਕੇ ਸਦੀਵ ਕਾਲ ਸੁਖ ਮਿਲ ਗਿਆ। ਨਿਸ਼ਚਲ ਹੋਵੇ ਦਿੜ ਅਭਿਆਸਾ। ਆਪਣਾ ਜਿਹੜਾ ਅਭਿਆਸ ਸੀ ਸੁਰਤ ਟਿਕਾਉਣ ਦਾ ਉਹ ਪੱਕਾ ਹੋ ਗਿਆ। ਦੈਂਤ ਪੁੱਤਰ ਸੁਨ ਗਿਰਾ ਉਚਾਰੀ। ਜਦੋਂ ਹੁਣ ਭਗਤ ਪ੍ਰਹਿਲਾਦ ਜੀ ਤੋਂ ਇਹ ਸਿੱਖਿਆ ਸੁਣੀ ਨਾ, ਕਿਹਨਾਂ ਨੇ? ਦੈਂਤਾਂ ਦੇ ਪੁੱਤਰਾਂ ਨੇ। ਉਹ ਕਲਾਸ ਤੋਂ ਬਾਅਦ ਭਗਤ ਜੀ ਪਾਸ ਆ ਕੇ ਬੈਠ ਜਾਂਦੇ ਸੀ ਤੇ ਭਗਤ ਪ੍ਰਹਿਲਾਦ ਜੀ ਇਹ ਸਿੱਖਿਆ ਇਹਨਾਂ ਨੂੰ ਦਿੰਦੇ ਸੀ। ਕਹਿੰਦੇ ਜਦੋਂ ਦੈਂਤਾਂ ਦੇ ਪੁੱਤਰਾਂ ਨੇ ਸਿੱਖਿਆ ਸੁਣੀ ਹੈ, ਹਮੇ ਬਤਾਏ ਬਾਤ ਇਹ ਸਾਰੀ। ਕਹਿਣ ਲੱਗੇ ਪ੍ਰਹਿਲਾਦ ਤੂੰ ਜਿਹੜੀ ਸਾਨੂੰ ਇਹ ਗੱਲ ਦੱਸੀ ਹੈ ਨਾ ਇਹ ਬਿਲਕੁਲ ਸੱਚੀ ਹੈ। ਅਸ ਤੁਮ ਗਿਆਨ ਕਹਾਂ ਤੇ ਪਾਵਾ। ਪਰ ਸਾਨੂੰ ਇਹ ਦੱਸ ਕੇ ਗਿਆਨ ਤੈਨੂੰ ਮਿਲਿਆ ਕਿੱਥੋਂ ਹੈ? ਸਰ ਬਹਿਸਾਰ ਅਸਾਰ ਲਖਾਵਾ। ਕੀ ਸਾਰ ਹੈ, ਕੀ ਅਸਾਰ ਹੈ, ਭਾਵ ਕੀ ਸੱਚ ਹੈ ਤੇ ਕੀ ਝੂਠ ਹੈ। ਹੁਣ ਸਾਡਾ ਮਨ ਜਾਣ ਗਿਆ ਕਿ ਸਰੀਰ ਤਾਂ ਨਾਸਵੰਤ ਹੀ ਨੇ, ਸੱਚਾ ਕੇਵਲ ਇੱਕ ਪ੍ਰਭੂ ਹੀ ਹੈ। ਪਰ ਸਾਨੂੰ ਤਾਂ ਪਹਿਲਾਂ ਇਹ ਗਿਆਨ ਹੈ ਨਹੀਂ ਸੀ। ਤੂੰ ਸਾਨੂੰ ਇਹ ਦੱਸ ਤੈਨੂੰ ਇਹ ਗਿਆਨ ਕਿੱਥੋਂ ਮਿਲਿਆ ਏ? ਹਮ ਤੁਮ ਪੜਤ ਗੁਰੂ ਇਕ ਪਾਹੀ। ਅਸੀਂ ਤੇ ਤੂੰ ਸਾਰੇ ਇੱਕੋ ਗੁਰੂ ਦੇ ਪਾਸ ਬੈਠ ਕੇ ਪੜ੍ਹਦੇ ਹਾਂ ਤੇ ਸਾਡਾ ਗੁਰੂ ਜਿਹੜਾ ਪੜਾਉਣ ਵਾਲਾ ਸੰਡਾ ਤੇ ਮਰਕਾ ਹੈ ਤੇ ਅਸੀਂ ਤਾਂ ਇੱਕੋ ਗੁਰੂ ਧਾਰਨ ਕੀਤਾ ਹੈ। ਅਪਰ ਨਿਕਟ ਗਮਨੇ ਕਬ ਨਾਹੀ। ਹੋਰ ਕਿਸੇ ਗੁਰੂ ਕੋਲ ਤਾਂ ਕਦੇ ਪੜਨ ਵਾਸਤੇ ਨਹੀਂ ਗਏ ਹਾਂ। ਔਰ ਨਾ ਕੋ ਆਵਾਈ ਥਾਨਾ। ਨਾ ਹੀ ਕੋਈ ਬਾਹਰੋਂ ਪੜਾਉਣ ਵਾਸਤੇ ਇਸ ਜਗ੍ਹਾ ਤੇ ਆਇਆ ਹੈ। ਕਬਹੂ ਨੇ ਸਤ ਸੰਗ ਮਿਲਾਨਾ। ਨਾ ਤੂੰ ਕਦੀ ਕਿਤੇ ਬਾਹਰ ਸਤ ਸੰਗਤ ਵਿੱਚ ਗਿਆ ਹੈ। ਸਾਨੂੰ ਇਹ ਦੱਸ ਕੇ ਤੈਨੂੰ ਇਹ ਗਿਆਨ ਮਿਲਿਆ ਕਿੱਥੋਂ ਹੈ? ਔਰ ਨ ਆਇਓ ਤੂੰ ਨਹਿ ਗਇਓ। ਨਾ ਕੋਈ ਇੱਥੇ ਪੜਾਉਣ ਹੋਰ ਗੁਰੂ ਆਇਆ ਹੈ, ਕਿਉਂਕਿ ਸਾਡੇ ਗੁਰੂ ਸੰਡਾ ਤੇ ਮਰਕਾ ਉਹੀ ਪੜਾਉਂਦੇ ਨੇ, ਉਹੀ ਸਾਡੇ ਮਨ ਦੇ ਵਿੱਚ ਘਰ ਕਰੀ ਬੈਠਾ ਹੈ। ਪਰ ਜਿਹੜੀ ਤੂੰ ਗੱਲ ਸਾਨੂੰ ਇਹ ਸੁਣਾਈ ਹੈ ਬਿਲਕੁਲ ਸੱਚੀ ਹੈ। ਤੂੰ ਕਿਸੇ ਕੋਲ ਬਾਹਰ ਪੜਨ ਨਹੀਂ ਗਿਆ, ਸਾਨੂੰ ਇਹ ਦੱਸ ਕੋਈ ਆਇਆ ਨਹੀਂ, ਤੂੰ ਬਾਹਰ ਗਿਆ ਨਹੀਂ। ਐਸੋ ਗਿਆਨ ਕਹਾਂ ਤੇ ਪਇਓ। ਐਸਾ ਗਿਆਨ ਤੁਹਾਡੇ ਮਨ ਵਿੱਚ ਕਿੱਥੋਂ ਆ ਗਿਆ ਹੈ? ਇਹ ਸੰਸਾਰ ਦੇਹੁ ਮਿਟਾਈ। ਐ ਪ੍ਰਹਿਲਾਦ ਇਹ ਸ਼ੰਕਾ ਸਾਡੇ ਮਨਾਂ ਵਿੱਚੋਂ ਦੂਰ ਕਰ ਦਵੋ। ਤਿੰਤੇ ਸੁਨ ਮੈਂ ਗਿਰਾ ਅਲਾਈ। ਤੇ ਭਗਤ ਪ੍ਰਹਿਲਾਦ ਜੀ ਕਹਿੰਦੇ ਨੇ ਉਹਨਾਂ ਪਾਸੋਂ ਸੁਣ ਕੇ ਨਾ ਫਿਰ ਮੈਂ ਸਾਰੀ ਆਪਣੀ ਵਿਥਿਆ ਸੁਣਾਈ ਕਿ ਕਿਸ ਤਰ੍ਹਾਂ ਇਹ ਮੈਨੂੰ ਗਿਆਨ ਪ੍ਰਾਪਤ ਹੋਇਆ, ਕਿਸ ਤਰ੍ਹਾਂ ਹਰਨਾਕਸ਼ ਨੇ ਤਪ ਕੀਤਾ, ਇਹਦੇ ਤਪ ਤੋਂ ਦੇਵਤਿਆਂ ਨੂੰ ਖਤਰਾ ਬਣਿਆ। ਉਹ ਉਹਨਾਂ ਨੇ ਇਕੱਠੇ ਹੋ ਕੇ ਇਹਨਾਂ ਦੀ ਰਾਜਧਾਨੀ ਤੇ ਚੜ੍ਹਾਈ ਕੀਤੀ। ਉਸ ਵੇਲੇ ਹਰਨਾਕਸ਼ ਇੱਥੇ ਨਹੀਂ ਸੀ। ਦੈਂਤਾਂ ਨੂੰ ਮਾਰ ਕੇ ਤੇ ਜਿਹੜੀ ਮੇਰੀ ਮਾਂ ਸੀ ਉਹਨੂੰ ਇੰਦਰ ਫੜ ਕੇ ਲੈ ਗਿਆ। ਜਦੋਂ ਉਹਨੂੰ ਖਤਮ ਕਰਨ ਲੱਗਾ, ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਮਾਂ ਦੀ ਕੁੱਖ ਵਿੱਚ ਪੁੱਤਰ ਪਲ ਰਿਹਾ ਹੈ, ਤੇ ਉਹ ਕਹਿੰਦਾ ਸੀ ਕਿ ਦੈਂਤਾਂ ਦੀ ਕੁੱਲ ਹੀ ਨਾਸ਼ ਕਰ ਦੇਣੀ ਹੈ। ਪਰ ਜਿਸ ਤਰ੍ਹਾਂ ਫਿਰ ਦੇਵਤਿਆਂ ਦੇ ਗੁਰੂ ਨੇ ਕਿਹਾ ਕਿ ਨਾ, ਹੁਣ ਜਿਹੜਾ ਇਹਦੀ ਕੁੱਖ ਵਿੱਚੋਂ ਆਵੇਗਾ ਨਾ ਉਹ ਆਪ ਹੀ ਦੈਂਤਾਂ ਨੂੰ ਨਾਸ਼ ਕਰੇਗਾ, ਤੇ ਤੂੰ ਕੀ ਸਾਰੇ ਦੇਵਤੇ ਵੀ ਮਿਲ ਕੇ ਇਹਨੂੰ ਖਤਮ ਨਹੀਂ ਕਰ ਸਕੋਗੇ, ਕਿਉਂਕਿ ਉਹਦੀ ਕੁੱਖ ਵਿੱਚ ਮੈਂ ਸੀ।
ਜਿਸ ਤਰ੍ਹਾਂ ਫਿਰ ਮੈਨੂੰ ਗਿਆਨ ਪ੍ਰਾਪਤ ਹੋਇਆ, ਕਿਉਂਕਿ ਧੁਰ ਦਰਗਾਹ ਤੋਂ ਨਿਵਾਜੇ ਹੋਏ ਭਗਤ ਭੇਜੇ ਹਨ। ਤੇ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਆਪਣੀ ਵਿਥਿਆ ਸੁਣਾ ਰਹੇ ਨੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਬੈਠ ਕੇ ਸਰਵਣ ਕਰ ਰਹੇ ਹਨ। ਸੋ ਇਹ ਆਪਾਂ ਪ੍ਰਸੰਗ ਰਹਿੰਦਾ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਸਮਾਂ ਸਮਾਪਤੀ ਤੇ ਹੈ। ਸਤਿਗੁਰੂ ਕਿਰਪਾ ਕਰਨ, ਜੋ ਉਪਦੇਸ਼ ਆਪਾਂ ਸਰਵਣ ਕਰਦੇ ਹਾਂ, ਦਿੱਤੀ ਹੋਈ ਗੁਰੂ ਜੀ ਦੀ ਸਿੱਖਿਆ ਸਾਡੇ ਮਨਾਂ ਵਿੱਚ ਵਸੇ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ ਜੀ। ਇੱਥੇ ਫਤਿਹ ਬੁਲਾਈਏ ਜੀ। ਔਰ ਨ ਆਇਓ ਤੂ ਨਹਿ ਗਇਓ, ਐਸੋ ਗਿਆਨ ਕਹਾਂ ਤੇ ਭਇਓ। ਇਹ ਸੰਸਾਰ ਦੇਹ ਮਿਟਾਈ, ਤਿਨ ਤੇ ਸੁਨ ਮੈਂ ਗਿਰਾ ਅਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।